साचा साहिब साच नाय, पाखिया पाओ अपार। साचा साहिब साच नाय, पाखिया पाओ अपार। आखें मंगहें देहे देहे, दात करे दातार। फिर के अगे रखी है, जित दी सह दरबार। मूहों के बोलन बोलीए, जित सुन धरे प्यार। अमृत वेला सच नाओ, वडियाई विचार। करमी आवे कपड़ा, नदरी मोख दुआर। करमी आवे कपड़ा, नदरी मोख दुआर। नानक एवें जानिए, सब आपे सचिया। वाहिगुरु जी का खालसा, वाहिगुरु जी की फतेह। जुगो जुग अटल शब्द सतगुरु धन धन गुरु ग्रंथ साहिब जी, गुरुदेव पातशाह जी दी अपर अपार बख्शिश। शाम समय असी कुछ शरीर गुरु बाबे दी पावन बाणी दे नाल सांझ पाउण वास्ते हाजिर होए हां। इह समां गुरबाणी व्याख्यान दा है, जिस विच रचना जपजी साहिब सानू विचारण का सुभाग प्राप्त है। इस चल रहे मुसलसल प्रवाह विचों आप जी ने 4 नंबर पौड़ी का पाठ सरवण किया है। असी बीते कल, एज वी हैव स्टार्टेड दिस पौड़ीज डिस्कशन यस्टरडे, जस्ट वी हैव डिस्कस्ड ओनली फर्स्ट 2 लाइन्स। ਉਹਦੇ ਅੱਜ थोड़े जे जस्ट वेरवे ਨੂੰ ਵੇਖ के फिर ਉਹਦਾ ਕੰਟੀਨਮ ਜਿਹੜਾ ਹੈਗਾ ਅਗਲੀਆਂ ਲਾਈਨਾਂ ਦੇ ਨਾਲ ਕੰਟੀਨਿਊ ਕਰਾਂਗੇ। जो बचन है ਇਹਨੂੰ इस तरह जानना कि ਜਿਹੜਾ ਸਮੁੱਚਾ सिख परस्पैक्टिव हैगा, संपूर्ण सिख विचारधारा ਦਾ ਖਾਕਾ, ਚੌਖਟਾ, बेस। When we read Sahib, if we are able to get proper message which Japji Sahib is giving us, we are able to grab it, we are able to understand it, then definitely we can have at least a real picture of Sikhi school of thought. So ये चीज़ां वो ने जड़ियां ਤੁਹਾਡੇ ਜਿਹੜਾ ਬਲੀਵ ਸਿਸਟਮ ਤੁਹਾਡੇ ਵਿੱਚ ਪੈਦਾ ਹੋਣਾ ਚਾਹੀਦਾ ਕਿਸੇ ਥਾਟ ਦੇ ਬਾਰੇ, ਕਿਉਂਕਿ ਵਿਸ਼ਵਾਸ ਹੁੰਦਾ ਨਾ ਬੰਦੇ ਦਾ ਧਰਮ ਦੇ ਵਿੱਚ, ਤੇ ਉਸ ਵਿਸ਼ਵਾਸ ਵਿੱਚ ਕੋਈ ਕਾਂਡ ਨਹੀਂ ਹੋਣੀ ਚਾਹੀਦੀ। ਉਹ ਵਿਸ਼ਵਾਸ ਐਗਜ਼ੈਕਟਲੀ ਸੋਲਿਡ ਪਰਪੱਕ ਨੂੰ ਸਰਲ ਭਾਵ ਵਿੱਚ ਲੈ ਲੈਣਾ। ਤੁਸੀਂ ਕੋਈ ਚੀਜ਼ ਕੰਕਰੀਟ ਦੀ ਵੀ ਬਣਾ ਰਹੇ ਹੋਵੋ, ਆਇਰਨ ਬੇਸਡ ਮਟੀਰੀਅਲ ਦੇ ਨਾਲ ਕੋਈ ਚੀਜ਼ ਬਣਾ ਰਹੇ ਹੋ ਤੁਸੀਂ, ਜੇ ਉਹਦੇ ਵਿੱਚ ਕਿਤੇ ਥੋੜਾ ਜਿਹਾ ਵੀ ਇਹ ਤੇ ਬਹੁਤ ਨਾਜ਼ੁਕ ਜੀ ਚੀਜ਼ ਆ, ਜੇ ਇਹਦੇ 'ਚ ਕਿਤੇ ਮਾੜੀ ਜੀ ਵੀ ਕਿਤੇ ਬਾਤ ਰਹਿ ਗਈ ਤੇ ਕਿਸੇ ਨੇ ਥੋੜੀ ਜੀ ਵੀ ਤਰਕ ਦਲੀਲ ਨਾਲ ਗੱਲ ਕੀਤੀ ਤੇ ਸਾਡਾ ਬਲੀਵ ਰਾਈਟ ਵੇ ਕਰੈਕ ਕਰ ਜਾਏਗਾ। ਸੋ ਇਹ ਰੂਪਤਾ ਤਾਂ ਆਉਂਦੀ ਹੈ ਕਿਉਂਕਿ ਉਹ ਕਿਸੇ ਸੋਲਿਡ ਟਰੈਕ ਤੇ ਨਹੀਂ ਖੜਾ। ਹੁਣ ਜੋ ਕਈ ਵਾਰ ਸਾਡੇ ਬਲੀਵ ਨੂੰ ਅਸੀਂ ਵੇਖੀਏ ਧਿਆਨ ਦੇ ਨਾਲ ਤੇ ਕਿੱਥੋਂ ਆ ਰਿਹਾ ਹੈਗਾ। ਨੰਬਰ 1, ਵਟ ਐਵਰ ਆਵਰ ਪੇਰੈਂਟਸ ਹੈਜ਼ ਟੋਲਡ ਅਸ। ਇਹਦੇ ਬਾਬਤ ਅੱਜ ਦੀ ਦੁਨੀਆ ਦੇ ਵਿੱਚ ਇਹ ਹੈਗਾ ਕਿ ਪੇਰੈਂਟਸ ਆਰ no more actually reliable source for us. Second, teachers are also not reliable source nowadays.
What is the reliable source for us? Media. ਉਹਦੇ ਵਿੱਚ ਵੀ ਫਿਰ ਆਪੋ ਆਪਣਾ ਅੱਗਾ ਜਿਹੜਾ ਹੈਗਾ ਸਿਸਟਮ ਚੱਲਦਾ ਹੈਗਾ। ਬੱਚਿਆਂ ਦਾ ਤਾਂ ਕੋਈ ਰਿਲਾਇਬਲ ਸੋਰਸ ਹੈ ਹੀ ਨਹੀਂਗਾ। ਦੈਟਸ ਵਾਈ ਦੇ ਡੋਂਟ ਬਿਲੀਵ ਇਨ ਐਨੀਥਿੰਗ। ਨਾ ਉਹ ਪੇਰੈਂਟਸ ਦੀ ਗੱਲ ਸੁਣਦੇ ਨੇ, ਨਾ ਉਹ ਟੀਚਰ ਦੀ ਗੱਲ ਸੁਣਦੇ ਨੇ। Whatever parents are saying, whatever teachers are saying, that's just an opinion for them. That's not the solid actually thought. No. We are actually in some kind of, you can say, in jeopardy or some kind of wrong belief. Yes. ਇਹ ਸਾਨੂੰ ਸੁਣ ਰਹੇ ਨੇ। ਨੋ 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 360 ਡਿਗਰੀ ਦਾ ਕੋਣ ਪੂਰਾ ਘਮਾਓਗੇ ਪਤਾ ਲੱਗੇਗਾ। ਨੋ ਨੋ ਇਹ ਤੇ ਕਿਤੇ ਕੰਮ ਹੀ ਨਹੀਂ ਕਰਦੀ ਜਿਹੜੀ ਚੀਜ਼ ਮੈਂ ਦੱਸ ਰਿਹਾ ਇਹਨੂੰ। ਕਿਉਂਕਿ ਜਿਹੜੀ ਉਹਨਾਂ ਦਾ ਰਿਲਾਇਬਲ ਸੋਰਸ ਹੈਗਾ ਉਹ ਤਰਕ ਵਿੱਚੋਂ, ਲੌਜਿਕ ਵਿੱਚੋਂ ਜਿਹੜੀ ਚੀਜ਼ ਸਮਥਿੰਗ ਮੇਕ ਸੈਂਸ ਟੂ ਦੈਮ, ਦੈਨ ਇਟਸ ਗੋਨਾ ਅਪੀਲ ਦੈਮ। ਤੇ ਗੁਰੂ ਸਾਹਿਬ ਇਹਦੇ ਤੇ ਖੜੇ ਨੇ। ਗੁਰੂ ਸਾਹਿਬ ਕਹਿੰਦੇ ਨੇ if something is not making sense to us, we should not believe. Very solid. It's not just a logic. It's just actually complete real thought which Guru Sahib has actually delivered toward the whole humanity hundreds years ago, almost half ਜਿਹੜਾ ਹੈਗਾ 5 centuries ago. ਸੋ ਇੱਥੇ ਜਿਹੜੀ ਬਾਤ ਕੀਤੀ ਜਾ ਰਹੀ ਹੈ ਸਾਚਾ ਸਾਹਿਬ, ਤੁਸੀਂ ਫਿਰ ਧਿਆਨ ਨਾਲ ਦੇਖਣਾ। ਧਰਤੀ ਤੇ ਲੜਾਈਆਂ ਕਾਹਦੀਆਂ ਨੇ? ਮਲਕੀਅਤ ਦੀਆਂ। ਆ ਮੇਰੀ ਮਲਕੀਅਤ ਹੈ, ਤੇਰੀ ਮਲਕੀਅਤ ਹੈ। ਸਰੂਪ ਦੇ ਵਿੱਚ ਮੁਲਕਾਂ ਦਾ ਅੰਦਾਜ਼ਾ ਲਾਓ ਜਿਸ ਮਬਾਲਿਕ ਚੋਂ ਅਸੀਂ ਆ ਰਹੇ ਹੈਗੇ ਆ। ਗਰੀਬ ਮੁਲਕ, ਗੁਰਬਤ ਦਾ ਮਾਰਿਆ ਮੁਲਕ। ਅਰਾਊਂਡ 40 ਕਰੋੜ ਲੋਕਾਂ ਨੂੰ ਇੱਕ ਦਿਨ ਦੀ ਰੋਟੀ ਮੁਯੱਸਰ ਨਹੀਂ ਹੈਗੀ ਉੱਥੇ। 40 ਕਰੋੜ ਸੇ ਹਿਊਜ ਫਿਗਰ। ਮੈਕਸੀਕੋ ਤੋਂ ਲੈ ਕੇ ਤੇ ਨਾਰਥ ਅਮਰੀਕਾ ਦੀ ਉਹ ਉੱਪਰ ਜਿਹੜੀ ਬਿਲਕੁਲ ਜਿੱਥੇ ਬਾਉਂਡਰੀ ਖਤਮ ਹੁੰਦੀ ਹੈ ਇੱਥੋਂ ਤੱਕ ਸਾਰੀ ਗਿਣਤੀ ਕਰੋਗੇ ਪਾਪੂਲੇਸ਼ਨ 40 ਕਰੋੜ ਨਹੀਂ ਬਣੇਗੀ। ਇੰਨੀ ਪਾਪੂਲੇਸ਼ਨ ਮੋਸਟਲੀ ਰਾਤ ਨੂੰ ਭੁੱਖੀ ਸੌਂਦੀ ਹੈ। ਤੇ ਉੱਥੇ ਕੀ ਕੀਤਾ ਜਾ ਰਿਹਾ ਹੈ? ਦੇ ਆਰ ਬਾਇੰਗ ਵਨ ਆਫ ਦਾ ਐਕਸਪੈਂਸਿਵ ਜਿਹੜਾ ਵੈਪਨਸ ਐਂਡ ਜਿਹੜਾ ਐਮਿਸ਼ਨ ਹੈਗਾ, ਅਸਲਾ ਹੈਗਾ, ਜਹਾਜ਼ ਹੈਗਾ। ਵਾਟ ਇਜ਼ ਦੈਟ? ਮਲਕੀਅਤ। ਆ ਮੇਰੀ ਜ਼ਮੀਨ ਹੈ, ਆ ਮੇਰੀ ਜ਼ਮੀਨ ਹੈ। ਇਹ ਲੋਕੀ ਕਹਿੰਦੇ ਨੇ ਏਡੇ ਮਹਿੰਗੇ ਸਮਾਨ ਦਾ ਕੀ ਕਰਨਾ? ਤੁਹਾਨੂੰ ਕੀ ਪਤਾ ਹੈ? ਚੀਨ ਘੁਸਪੈਠ ਕਰਦਾ, ਫਲਾਣਾ ਘੁਸਪੈਠ ਕਰਦਾ। ਵੀ ਵਿਲ ਸਟਾਪ ਦੈਮ। ਮਾਈ ਗੁੱਡਨੈਸ। ਐਂਡ ਦਿਸ ਇਜ਼ I'm giving just actually big picture towards to understand it. It's not going to actually, it's not just actually happening over there. No, 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 no. It's happening each and every household. Just to pay attention a little bit. Why we are struggling in our houses, in our household environments. Malkiyat. ये मेरी मलकीयत है, मेरी मालकी है। घरां थावां ते पैणा भरावां एक्सटेंडेड फैमिलीज, हालत देखो की बनी पई है। कौन साडा सुख सुकून खा रहा है? राखश आ रहा बाहरों, कोई बाहरों। मतलब अजे तक मनुखता दे च इहो चीज़ की कशिश आ कि असी कोई एलियंस लभीए जिहड़े बाहरों आके सानू तंग करन उस रूप दी। लोड़ ही नहीं हैगी जी। वाई शुड वी एक्चुअली बॉदर फॉर देम? साडे आले दुआले एलियन तुरे फिरदे ने। ईवन माई सैल्फ इज बिगेस्ट एलियन फॉर मी। आई एम नॉट एबल टू अंडरस्टैंड माई सैल्फ प्रॉपरली। किस तरीके ਨਾਲ ਬਿਹੇਵ ਕਰਨਾ ਹੈਗਾ। ਸੋ ਇਸ ਸਾਰੇ ਨੂੰ ਗੁਰੂ ਸਾਹਿਬ ਨੇ ਜਿਹਨੂੰ ਕਿਹਾ ਜਾਏ ਕਿ ਸਟੋਪ ਮਾਰਕ ਲਾਇਆ, ਸਾਹਿਬ ਨੇ ਵਿਰਾਮ ਚਿੰਨ ਲਾਇਆ ਤੇ ਕਿਹਾ ਦੇਖ ਇਹ ਧਰਤੀ ਜਿਹੜੀ ਹੈ ਨਾ ਇਹਦਾ ਸਾਰੇ ਦਾ ਕਨਕਲੂਜਨ ਹੋਣਾ ਅੱਗੇ ਜਾ ਕੇ 5 ਖੰਡਾਂ ਦੇ ਵਿੱਚ। ਅਨਫੋਰਚੂਨੇਟਲੀ ਸਾਡੇ ਕੋਲ ਇੰਨਾ ਟਾਈਮ ਨਹੀਂ ਹੋਏਗਾ ਕਿਉਂਕਿ ਇੰਨੀ ਡਿਟੇਲ 'ਚ ਡਿਸਕਸ਼ਨ ਕਰਨ ਦਾ ਉੱਥੇ ਤੱਕ ਲਿਜਾਣ ਦਾ। ਜੇ ਕਿਤੇ ਸਮਾਂ ਬਣਿਆ ਤੇ 33 ਨੰਬਰ ਤੱਕ ਜਪਜੀ ਸਾਹਿਬ ਦਾ ਪਹਿਲਾ ਮਜ਼ਮੂਨ ਕੰਪਲੀਟ ਹੋਣਾ ਹੈ। ਦੈਨ 34 ਨੰਬਰ ਪੌੜੀ ਤੋਂ ਸਾਰੇ ਨੂੰ ਗੁਰੂ ਸਾਹਿਬ ਨੇ ਕਨਕਲੂਡ ਕਰਨਾ ਹੈਗਾ। ਅੱਜ ਜਦੋਂ ਤੁਸੀਂ ਬਿਲਕੁਲ ਲਿਟਰਲੀ ਸਾਊਂਡ এনवायरमेंट ਜਾ ਰਹੇ ਹੈਗੇ ਹੋ ਤੇ ਇਹਨੂੰ ਉਹ ਕਹਿੰਦੇ ਹੁੰਦੇ ਨੇ ਟ੍ਰਿਪਲ ਟੀ ਫਾਰਮੂਲਾ। ਜਦੋਂ ਕਿਸੇ ਨੂੰ ਪ੍ਰੈਜੈਂਟੇਸ਼ਨ ਦੇਣੀ ਹੈ ਸਭ ਤੋਂ ਪਹਿਲਾਂ ਇਹ ਹੁੰਦਾ ਹੈ ਕਿ ਟੈਲ them what would you like to tell them, just in brief। ਜਿਵੇਂ ਮੂਲ ਮੰਤਰ ਆ ਗਿਆ ਦੇ ਵਿੱਚ tell them what you really want to tell them, पूरी presentation। tell them what you have already told them, conclude करो।
एग्जैक्टली बाणी का बिल्कुल ये तुहानूं बेस मिलेगा। मतलब कोई चीज़ भी ये नहीं सज्जे खब्बे है, जिवें जिवें मैं तो मतलब पढ़दा लिटरेचर नूं सारे नूं, फिर दोबारा बाणी वाले पासे आउणा, सोचदा सतगुरु कमाल आ, बस बलिहार ही जाया जा सकता, नथिंग एल्स। ईच एंड एवरीथिंग इज कंप्लीटली, वी आर नॉट एबल टू एक्चुअली अंडरस्टैंड इन दैट वे, बट यू हैव प्रेजेंटेड रियली इन ए ग्रेटेस्ट वे ऑफ द एक्चुअली प्रेजेंटेशन। खैर, ਜਦੋਂ ਤੁਸੀਂ ਇਹਦਾ ਕਨਕਲੂਜਨ ਪੜੋਗੇ ਤੇ ਕਨਕਲੂਜਨ ਦੇ ਵਿੱਚ ਤੁਸੀਂ ਪਹਿਲਾ ਜਿਹੜਾ ਖੰਡ ਪੜਨਾ ਹੈਗਾ, ਉਸ ਦੀ ਸ਼ੁਰੂਆਤ ਹੋਣੀ ਹੈ ਰਾਤੀ ਰੋਤੀ ਥਿੱਤੀ ਵਾਰ। ਉਹਦੇ ਜਿਹੜੀ ਮੇਨ ਮੈਸੇਜ ਵਾਲੀ ਲਾਈਨ ਆਉਣੀ ਹੈ, ਉਹ ਆਉਣੀ ਹੈ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਹੁਣ ਧਰਮਸ਼ਾਲਾ ਜਿਹੜਾ ਪੰਜਾਬੀ এনवायरमेंट ਜਾਂ ਸਾਊਥ ਏਸ਼ੀਅਨ এনवायरमेंट 'ਚ ਪਲਿਆ ਜੰਮਿਆ ਹੋਏ, ਕਲਚਰ ਬਾਰੇ ਥੋੜਾ ਵਾਕਿਫ ਹੋਏ, ਉਹਨੂੰ ਧਰਮਸ਼ਾਲਾ ਦਾ ਬਹੁਤ ਚੰਗੀ ਤਰ੍ਹਾਂ ਪਤਾ ਹੈਗਾ। ਧਰਮਸ਼ਾਲਾ ਦੇ ਦੋ ਰੂਲ ਨੇ। ਨੰਬਰ 1, ਧਰਮਸ਼ਾਲਾ ਉਹ ਜਗ੍ਹਾ ਹੁੰਦੀ ਹੈ ਜਿੱਥੇ ਸਦਾ ਨਹੀਂ ਠਹਿਰਿਆ ਜਾ ਸਕਦਾ, ਹਮੇਸ਼ਾ ਥੋੜੇ ਦਿਨਾਂ ਦੇ ਗੈਸਟ ਆ ਕੇ ਠਹਿਰਦੇ ਨੇ। ਦ ਹੋਲ ਗਲੋਬ, ਦ ਹੋਲ ਵਰਲਡ ਇਜ਼ ਅ ਧਰਮਸ਼ਾਲਾ, ਸੋ ਬੀ ਅਵੇਅਰ ਅਬਾਊਟ ਇਟ। ਸੈਕੰਡ ਥਿੰਗ, ਧਰਮਸ਼ਾਲਾ ਕਿਸੇ ਦੀ ਮਲਕੀਅਤ ਨਹੀਂ ਹੁੰਦੀ। ਇੱਥੇ ਮਾਲਕ ਕੌਣ ਹੈ ਧਰਮਸ਼ਾਲਾ ਦਾ, ਜੇ ਸਹੀ ਰੂਪ ਵਿੱਚ ਦੇਖਿਆ ਜਾਏ ਤੇ ਸਾਚਾ ਸਾਹਿਬ ਉਹ ਹੈ ਜਿਹੜਾ ਅਕਾਲ ਪੁਰਖ ਵਾਹਿਗੁਰੂ ਆਪ ਆ। ਅਸੀਂ ਜੋ ਕੁਝ ਆਲੇ ਦੁਆਲੇ ਹੰਢਾ ਰਹੇ ਹਾਂ, ਇਹ ਸਾਰਾ ਕੁਝ ਕੀ ਹੈ? ਮਦਰ ਨੇਚਰ ਹੈਜ਼ ਪ੍ਰੋਵਾਈਡਡ ਔਰ ਸੋਸ਼ਲ ਸਿਸਟਮ ਹੈਜ਼ ਪ੍ਰੋਵਾਈਡਡ ਐਜ਼ ਏ ਕਸਟੋਡੀਅਨ, ਐਜ਼ ਏ ਕਸਟਡੀ ਟੂ ਅਸ। ਅਸੀਂ ਇਹਦੇ ਕਸਟੋਡੀਅਨ ਹੈਗੇ ਆ, ਸਾਡੇ ਕੋਲ ਕਸਟਡੀ ਹੈ। ਇਸ ਸਰੀਰ ਦੀ ਵੀ ਕਸਟਡੀ ਹੈ ਮੇਰੇ ਕੋਲ। ਸੋ ਜੇ ਮੇਰੀ ਕਸਟਡੀ ਦੇ ਵਿੱਚ ਕੋਈ ਚੀਜ਼ ਆ ਤੇ ਗਲਤ ਨਹੀਂ ਹੋਣਾ ਚਾਹੀਦਾ ਇਹਦੇ ਨਾਲ। ਆਈ ਹੈਵ ਟੂ ਪੇ ਅਟੈਂਸ਼ਨ। ਆਪਣੀ ਚੀਜ਼ ਬੰਦਾ ਕਹਿੰਦਾ ਆਪਣੀ ਚਲੋ ਖਰਾਬ ਵੀ ਹੋ ਜਾਏ ਕੋਈ ਗੱਲ ਨਹੀਂ, ਜਦੋਂ ਪਤਾ ਲੱਗੇ ਨਹੀਂ ਨਹੀਂ ਮੈਂ ਤੇ ਕੇਅਰ ਟੇਕਰ ਹਾਂ, ਫਿਰ ਤੇ ਜ਼ਿਆਦਾ ਧਿਆਨ ਦੇਣਾ ਪਏਗਾ। ਸਾਡੇ ਕਿਹਾ ਜਾਂਦਾ ਨਾ ਵੀ ਜਦੋਂ ਕਿਸੇ ਦੀ ਜਿਹੜੀ ਹੈ ਤੁਸੀਂ ਕੇਅਰ ਕਰਦੇ ਹੋ, ਤੁਸੀਂ ਜਿਹੜਾ ਹੈਗਾ ਐਜ਼ ਏ ਕੇਅਰ ਟੇਕਰ ਹੁੰਦੇ ਹੋ, ਤੇ ਬੰਦਾ ਕਹਿੰਦਾ ਨਹੀਂ ਨਹੀਂ ਹਸਾਏ ਦਾ ਨਾਂ ਨਹੀਂ ਹੁੰਦਾ, ਰਵਾਏ ਦਾ ਨਾਂ ਹੋ ਜਾਂਦਾ, ਧਿਆਨ ਰੱਖੋ ਚੰਗੀ ਤਰ੍ਹਾਂ। ਸੋ ਸੇਮ ਥਿੰਗ ਵਿਦ ਦੈਟ, ਬੀ ਕੇਅਰਫੁਲ, ਜ਼ਿਆਦਾ ਕੌਸ਼ੀਅਸ ਹੋਵੇ ਦੇ ਬਾਰੇ। ਫਿਰ ਦੂਜੇ ਇਹਦੇ ਤੇ ਮਲਕੀਅਤ ਨਾ ਕਰੋ ਬਿਲਕੁਲ ਵੀ। ਮਲਕੀਅਤ ਇਸ ਸਰੀਰ ਤੇ ਕਾਹਦੀ ਮਲਕੀਅਤ ਭਾਈ? ਇਹਨੂੰ ਇਸ ਤਰ੍ਹਾਂ ਜਾਣੋ ਜਿੰਨੀ ਦੇਰ ਹੈਗਾ ਬੋਨਸ ਦਾ, ਗਿਫਟ ਦਾ ਹੈਗਾ, ਸਾਂਭ ਸੰਭਾਲ ਪੂਰੀ ਕਰੋ। ਇਹਦੇ ਨਾਲ ਜੋ ਸਹੀ ਰੂਪ ਵਿੱਚ ਬਣਦਾ ਕਰਮ ਹੈ ਉਹ ਕਰੋ। ਕਾਹਦੇ ਲਈ ਕਿਸੇ ਦੀ ਦਿਲ ਖਰਾਸ਼ੀ ਕਰਨੀ ਹੈ, ਗੁਨਾਹ ਕਰਨੇ, ਪਾਪ ਕਰਨੇ, ਮਾੜੀ ਬਿਰਤੀ, ਸਭ ਚੀਜ਼ ਤੋਂ ਬਾਹਰ ਨਿਕਲਿਆ। ਇਹਨੂੰ ਬਿਲਕੁਲ ਇਸ ਤਰੀਕੇ ਨਾਲ ਇਸਤੇਮਾਲ ਕਰ ਕਿ ਕਰਤਾਰ ਨੇ ਤੈਨੂੰ ਚੰਗੇ ਕਰਮ ਕਰਨ ਵਾਸਤੇ ਦਿੱਤਾ ਹੈਗਾ। ਫਿਰ ਇਹਦੇ ਨਾਲ ਜਿਹੜੀਆਂ ਐਸੋਸੀਏਟਡ ਚੀਜ਼ਾਂ ਹੈਗੀਆਂ ਨੇ ਸਾਰੇ ਦੀਆਂ ਸਾਰੀਆਂ, ਉਹ ਪਰਿਵਾਰ ਹੈ, ਸਭ ਬੱਚੇ, ਭੈਣ ਭਰਾ, ਮਾਪੇ, ਸਾਰੇ ਦੇ ਸਾਰੇ, all these relations is also actually in your custody। ਤੂੰ ਉਹਨਾਂ ਦਾ ਕਸਟੋਡੀਅਨ ਹੈਗਾ। ਜਦੋਂ ਕਸਟੋਡੀਅਨ ਹੈਗਾ ਤੇ ਫਿਰ ਮੋਹ ਕਾਹਦਾ? ਮੋਹ ਚੋਂ ਬਾਹਰ ਆ। ਮਤਲਬ ਇੱਥੇ ਤੇ ਮੋਹ ਮਾਰ ਰਿਹਾ ਨਾ ਮੈਨੂੰ, ਵੀ ਮੋਹ ਮੈਨੂੰ ਤੰਗ ਕਰੀ ਜਾਂਦਾ ਵੀ ਓਹ ਇਹ ਤੇ ਮੇਰਾ ਬੱਚਾ ਹੈ ਤੇ ਖਰਾਬ ਹੋ ਜਾਏਗਾ ਇਸ ਤਰੀਕੇ। ਨੋ ਨੋ ਨੋ, ਦਿਸ ਹੈਜ਼ ਬੀਨ ਗਿਵਨ ਟੂ ਯੂ ਐਜ਼ ਅ ਗਿਫਟ, ਜਸਟ ਟੇਕ ਇਟ ਐਜ਼ ਅ ਗਿਫਟ। ਓਨਰ ਅਕਾਲ ਪੁਰਖ ਵਾਹਿਗੁਰੂ ਹੈ। ਜੋ ਤੇਰੀ ਡਿਊਟੀ ਬਣਦੀ ਹੈ, ਜਿਹੜੇ ਡੂ ਡਿਲੀਜੈਂਸ ਤੇਰੇ ਬਣਦੇ ਹੈਗੇ ਨੇ, ਡੂ ਦੈਮ ਪ੍ਰੋਪਰਲੀ। ਸਾਚਾ ਸਾਹਿਬ, ਇਹ ਅੰਡਰਸਟੈਂਡਿੰਗ ਸਿੱਖੀ ਫੇਥ ਦਾ ਕਨਸੈਪਟ ਹੀ ਹੈ। ਇਸੇ ਲਈ ਗੁਰੂ ਸਾਹਿਬ ਕਿਸੇ ਚੀਜ਼ ਤੋਂ ਕੋਈ ਘਬਰਾਉਂਦੇ ਨਹੀਂ ਹੈਗੇ। ਉਹ ਜਿਸ ਕਿਸਮ ਦੇ ਨਾਲ ਅਸੀਂ ਦੇਖਦੇ ਹਾਂ, ਮਾਫੀ ਮੰਗਾਂਗਾ, ਤੁਸੀਂ ਮਜ਼ਹਬਾਂ ਦਾ ਇਤਿਹਾਸ ਪੜ੍ਹ ਕੇ ਦੇਖੋ, ਤੁਸੀਂ ਮਜ਼ਹਬਾਂ ਨੂੰ ਪ੍ਰੋਪਰਲੀ ਪੜ੍ਹ ਕੇ ਦੇਖੋ। ਮੈਂ ਕਹਿੰਦਾ ਬੱਚਿਆਂ ਨੂੰ ਸਾਰੇ ਮਜ਼ਹਬ ਪੜ੍ਹਨੇ ਚਾਹੀਦੇ ਨੇ। Then they should actually read Sikhi, and afterward they can actually, that thing gonna make sense to them. Wow, this is the Sikhi school of thought. ਇੱਥੇ ਹੱਥਾਂ ਨਾਲ ਚੀਜ਼ਾਂ ਬਣਾਈਆਂ ਜਾਂਦੀਆਂ ਨੇ, ਉਸਾਰੀਆਂ ਜਾਂਦੀਆਂ ਨੇ, ਸਭ ਕੁਝ ਕਰਕੇ ਕੋਈ ਇੱਕ ਭੋਰੇ ਦਾ ਵੀ ਤੇ ਨਹੀਂ ਹੈਗਾ, ਇੱਕ ਭੋਰੇ ਦਾ। ਕਿਆ ਕੁਦਰਤ ਨੇ ਡਿਊਟੀ ਲਾਈ, ਆਪਣੀ ਡਿਊਟੀ ਪੂਰੀ ਤਰ੍ਹਾਂ ਨਿਭਾਈ ਹੈ। ਮੈਂ ਕਸਟੋਡੀਅਨ ਸੀਗਾ, ਮੈਂ ਆਪਣੀ ਕਸਟਡੀ ਦੇ ਚੀਜ਼ ਨੂੰ ਸੰਭਾਲਿਆ ਹੈਗਾ। ਨਾਓ ਆਈ ਐਮ ਲਿਵਿੰਗ ਇਨ ਦਿਸ ਫਾਰਮ, ਕਿਉਂਕਿ ਇਹ ਫਾਰਮ ਸਦਾ ਨਹੀਂ ਰਹਿਣੀ ਹੈਗੀ। ਸੋ ਜਿਹੜੀਆਂ ਅਗਲੀਆਂ ਫਾਰਮਸ ਆਉਣਗੀਆਂ ਕੁਦਰਤ ਦੇ ਸੰਯੋਗ ਦੇ ਤੱਤਾਂ ਦੇ ਨਾਲ ਬਣ ਕੇ, ਉਹ ਟੇਕ ਕੇਅਰ ਕਰਨਗੀਆਂ। ਕਰਤਾਰਪੁਰ ਬਣਾਇਆ, ਕਰਤਾਰਪੁਰ ਤੇ ਕੋਈ ਹੱਕ ਨਹੀਂ ਜਤਾਇਆ, ਕਰਤਾਰ ਨੂੰ ਸੌਂਪ ਦਿੱਤਾ। ਖਾਡੂਰ ਵਸਾਇਆ, ਕੋਈ ਹੱਕ ਨਹੀਂ ਜਤਾਇਆ। ਗੋਇੰਦਵਾਲ ਬਣਾਇਆ, ਕੋਈ ਹੱਕ ਨਹੀਂ ਜਤਾਇਆ। ਅੰਮ੍ਰਿਤਸਰ ਨਗਰੀ ਵਸਾਈ, ਕੋਈ ਹੱਕ ਨਹੀਂ ਜਤਾਇਆ। ਤੁਸੀਂ ਦੇਖੋ ਬਿਲਕੁਲ ਪੂਰੀ ਆਨੰਦ ਤੱਕ ਲੈ ਜਾਓ ਅਲਟੀਮੇਟਲੀ ਸਭ। ਨਹੀਂ ਤੇ ਲੋਕੀ ਹਾਲਤ ਇਹ ਹੈ, ਲੋਕੀ ਤੇ ਸਦਮੇ ਚੋਂ ਨਹੀਂ ਨਿਕਲ ਪਾਉਂਦੇ। ਉਹ ਤੇ ਕਹਿੰਦੇ ਮਾੜਾ ਜਿਹਾ ਮਤਲਬ ਕਿਸੇ ਦਾ ਮਕਾਨ ਦੀ ਦੀਵਾਰ ਨੂੰ ਵੀ ਮਾੜੀ ਜਿਹੀ ਖਰੋਚ ਆ ਜਾਏ ਤੇ ਬੰਦੇ ਨੂੰ ਹਾਰਟ ਅਟੈਕ ਹੋ ਜਾਂਦਾ ਵੀ ਓਏ ਹੋਏ ਹੋਏ ਆਹ ਕੀ ਬਣਿਆ। ਫਿਰ ਅਗਲੇ ਪੜਾਅ ਵਿੱਚ ਬੱਚੇ ਦੇਖੋ, ਜੀਆ ਜੰਤ ਦੇਖੋ, ਮਤਲਬ ਇਹ ਕਿੱਥੋਂ ਆ ਰਿਹਾ? ਇਹ ਕੋਈ ਬਜਿੱਦਤਾ ਸੀ ਕਿ ਨਹੀਂ? ਨਹੀਂ, ਸਾਚਾ ਸਾਹਿਬ ਐਕਚੁਅਲੀ ਦੀ ਮਲਕੀਅਤ ਅਕਾਲ ਪੁਰਖ ਵਾਹਿਗੁਰੂ ਦੀ ਹੈ। ਮੈਂ ਤੇ ਸਿਰਫ ਇੱਕ ਕਸਟੋਡੀਅਨ ਹੈਗਾ। ਫਿਰ
ਦੂਜੇ ਪੜਾਅ ਦੇ ਵਿੱਚ ਜਦੋਂ ਮਲਕੀਅਤ ਆਉਂਦੀ ਹੈ ਬੰਦੇ ਦੀ, ਤੇ ਮਲਕੀਅਤ ਦੇ ਨਾਲ ਫਿਰ ਬੰਦਾ ਸੋਚਦਾ ਜਿਸ ਚੀਜ਼ ਨੂੰ ਮੈਂ ਓਨ ਕਰਦਾ, ਜਿਹੜੀ ਚੀਜ਼ ਤੇ ਮੈਂ ਮੋਹ 'ਚ ਫਸ ਜਾਂਦਾ, ਉਹਨੂੰ ਪ੍ਰੋਟੈਕਟ ਕਰਨ ਵਾਸਤੇ, ਉਹਦੀ ਮਲਕੀਅਤ ਲੈਣ ਵਾਸਤੇ ਆਈ ਕੈਨ ਗੋ ਔਨ ਐਨੀ ਐਕਸਟੈਂਟ। ਮੇਰੇ ਲਈ ਉਹ ਮਤਲਬ ਚੀਜ਼ ਜਿਹੜੀ ਹੈਗੀ ਹੈ, ਕੋਈ ਕਿਸੇ ਲੈਵਲ ਤੇ ਵੀ ਉੱਥੇ ਐਥਿਕਸ ਪਿੱਛੇ ਰਹਿ ਜਾਂਦੇ ਨੇ, ਉੱਥੇ ਪ੍ਰਿੰਸੀਪਲਸ ਪਿੱਛੇ ਰਹਿ ਜਾਂਦੇ ਨੇ, ਉੱਥੇ ਹਰ ਚੀਜ਼ ਪਿੱਛੇ ਰਹਿ ਜਾਂਦੀ ਹੈ। ਫਿਰ ਉੱਥੇ ਜਾ ਕੇ ਬੰਦਾ ਉਹ ਕੰਮ ਉਸ ਤਰੀਕੇ ਨਾਲ ਵੀ ਕਰਨ ਲਈ ਤਿਆਰ ਹੋ ਜਾਂਦਾ ਹੈ ਜਿਹੜਾ ਸ਼ਾਇਦ ਉਹਨੂੰ ਉਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਤੇ ਚੇਤੇ ਰੱਖਿਆ ਜੇ, ਜਦੋਂ ਤੁਸੀਂ ਪ੍ਰੋਪਰ ਤਰੀਕੇ ਨਾਲ ਜਿਹੜੀ ਇੰਟੀਗ੍ਰਿਟੀ ਹੈਗੀ ਹੈ ਉਹਨੂੰ ਫੋਲੋ ਨਹੀਂ ਕਰੋਗੇ, ਤੇ ਕੁਦਰਤ ਜਿਹੜੀ ਹੈਗੀ ਹੈ ਇਹ ਫਾਇਰ ਬੈਕ ਕਰੇਗੀ। ਕਰਤਾਰ ਦਾ ਨਿਯਮ ਹੈ ਨਾ, ਹਰ ਚੀਜ਼ ਰਿਟੈਲੀਏਟ ਕਰਦੀ ਹੈ। ਹੱਥ 'ਚ ਬਾਲ ਫੜੀ ਹੈ, ਤੁਸੀਂ ਬਾਲ ਨਹੀਂ ਜ਼ੋਰ ਲਾ ਕੇ ਕੰਧ 'ਚ ਮਾਰੋ, ਡੈਫੀਨੇਟਲੀ ਇਸ ਕੋਲ ਰਿਟੈਲੀਏਟ। ਜਦੋਂ ਰਿਟੈਲੀਏਟ ਕਰੇਗੀ ਤੇ ਆ ਕੇ ਵਾਪਸ ਨੱਕ ਤੇ ਵੱਜੇਗੀ, ਤੇ ਬੰਦਾ ਡਿੱਗੇਗਾ ਥੱਲੇ, ਤੇ ਬੰਦਾ ਕਹੇਗਾ ਓਏ ਹੋਏ ਹੋਏ ਰੱਬ ਜੀ, ਤੂੰ ਕਿੱਡਾ ਗੁਨੇ, ਕਿੱਡਾ ਮਾੜਾ ਹੈਗਾ, ਦੱਸ ਮੇਰਾ ਤੇ ਨੱਕ ਹੀ ਤੋੜਤਾ। ਹਾਂ, ਉਹਦਾ ਨਿਆਂ ਸੱਚਾ ਹੈਗਾ। ਸਾਹਿਬ ਜ਼ਿਕਰ ਕਰਦੇ, ਸਾਚਾ ਸਾਹਿਬ ਸਾਚ ਨਾਏ। ਨਾਏ ਦਾ ਮਤਲਬ ਹੈ ਨਿਆਏ, ਜਸਟਿਸ। ਉਹਦੇ ਜਸਟਿਸ 'ਚ ਕੋਈ ਕਾਣ ਨਹੀਂ ਹੈਗੀ। ਦੈਟਸ I am not able to understand things properly. ਮੈਂ ਕਿਤੇ ਨਾ ਕਿਤੇ ਇਲਿਟਰੇਸ਼ਨ 'ਚੋਂ ਜਾ ਰਿਹਾ ਹੈਗਾ। ਜਿਵੇਂ ਬੱਚਾ ਆ, ਤੁਸੀਂ ਬੱਚੇ ਨੂੰ ਬੁਖਾਰ ਚੜਿਆ, ਤੁਸੀਂ ਐਕਸਟਰਾ ਐਫਰਟ ਪਾ ਕੇ ਦਵਾਈ ਦੇਣ ਦੀ ਟਰਾਈ ਕਰਦੇ ਹੋ। ਬੱਚੇ ਦੇ ਦਿਲ ਨੂੰ ਪੁੱਛ ਕੇ ਦੇਖੋ ਜਜ਼ਬਾਤ, ਉਹ ਕਹਿੰਦਾ ਐਟ ਵਨ ਲੈਵਲ ਆਈ ਐਮ ਐਕਚੁਅਲੀ ਕਫਿੰਗ ਬੈਡਲੀ, ਆਈ ਐਮ ਰੀਲੀ having bad time, I have fever, but on the top of that my mom doesn't care about it. She is giving me very actually ਜਿਹੜੀ ਹੈਗੀ ਹੈ ਬੜੀ ਬਿਟਰ ਦਵਾਈ ਦੇ ਰਹੀ ਹੈ ਮੈਨੂੰ। ਹੁਣ ਜਿਹੜੀ ਉਹ ਬਿਟਰ ਦਵਾਈ ਹੈਗੀ ਹੈ, ਉਹ ਤੁਹਾਨੂੰ ਪਤਾ ਨਾ ਕਿ ਉਹ ਬਿਟਰ ਦਵਾਈ ਨਹੀਂ ਹੈਗੀ, ਉਹ ਤੇ ਅਸਲ ਦੇ ਚ ਇਹਦੇ ਵਾਸਤੇ ਟ੍ਰੀਟਮੈਂਟ ਆ। ਮੋਸਟਲੀ ਜੋ ਕਿ ਸਾਡੇ ਆਲੇ ਦੁਆਲੇ ਵਾਪਰ ਜਿਹੜੀ ਬਿਟਰਨੈਸ ਲੱਗਦਾ, ਨੂੰ ਕੌੜਾ ਲੱਗਦਾ, ਬੰਦਾ ਕਹਿੰਦਾ ਨੂੰ ਆਈ ਕੈਨ ਨਾਟ ਸਵੈਲੋ ਇਟ, ਉਹ ਦਵਾਈ ਹੈ। ਬਾਣੀ ਨੇ ਸੇ ਕਰਕੇ ਦੁੱਖ ਦਾਰੂ, ਦਾਰੂ ਕੀ ਹੁੰਦਾ? ਦਵਾਈ। when you are facing some kind of hard time, some kind of ਤੁਹਾਨੂੰ ਕੋਈ ਚੀਜ਼ ਲੱਗਦੀ ਹੈ ਵੀ ਇਹ ਬੜੀ ਹਾਰਡ ਹੈ ਸਵੈਲੋ ਕਰਨੀ, ਇਹ ਬੜਾ ਔਖਾ ਹੈਗਾ, that's mean medicine has been given to you। ਇਹਨੂੰ ਸਾਹਿਬ ਨੇ ਕਿਹਾ ਕਿ ਤਿਆਂ ਦੁੱਖ ਭੂਖ ਸਦਮਾਰ। ਪ੍ਰੈਕਟੀਕਲ ਵੇ ਨਾਲ ਮੈਂ ਬਾਤ ਕਰਦਾ, ਕਿਉਂਕਿ ਐਨਾਲਿਟਿਕ ਵੇ ਆ ਬਾਣੀ ਦਾ ਜਿਹੜਾ ਮੈਂ ਬਿਆਨ ਕਰ ਰਿਹਾ ਹੈਗਾ। if we put in actually in today's world, how can we actually practice this ਬਾਣੀ in today's world? ਤੇ ਮੈਂ ਇੱਕ ਸ਼ਾਇਦ ਐਗਜ਼ਾਮਪਲ ਕੀਤੀ ਹੋਈ ਕਿਤੇ, ਜੇ ਤੁਸੀਂ ਸਿਆਟਲ ਜਾਓ ਮਾਈਕਰੋਸਾਫਟ ਵਿੱਚ, ਉੱਥੇ ਜਿਹੜਾ ਮਤਲਬ ਬੜੀ ਵੱਡੀ ਉਹਨਾਂ ਦੀ ਇੱਕ ਅੰਪਾਇਰ ਖੜੀ ਹੈ, ਉੱਥੇ ਤੁਸੀਂ ਵਰਕਿੰਗ ਫੋਰਸ ਨੂੰ ਦੇਖਿਓ। ਜਿਹੜੀ ਵਰਕਿੰਗ ਫੋਰਸ ਹੈ ਉੱਥੇ ਜਿਹੜਾ ਹੈਗਾ ਉਸ ਮਾਈਕਰੋਸਾਫਟ ਵਿੱਚ, ਉਹ ਸਾਰੇ ਦੇ ਤੁਹਾਨੂੰ ਇੱਕ ਵੱਡੀ ਰੇਸ਼ੋ ਪੀਪਲ ਵਿਦ ਕਲਰ ਮਿਲਣਗੇ। ਕਲਰ ਬਰਾਊਨ ਬਲੈਕ ਕਲਰ, ਦੈਟ ਇਜ਼ ਪੀਪਲ ਵਿਦ ਕਲਰ, ਡਿਫਰੈਂਟ ਜਿਹੜੇ ਹੈਗੇ ਨੇ ਉਹਨਾਂ ਦੇ, ਖਾਸ ਕਰਕੇ ਨੈਣ ਨਕਸ਼ ਸਾਰੇ ਦੇ ਸਾਰੇ। ਉਹ ਲੋਕ ਇੱਕ ਵਾਰੀ ਉਹਨਾਂ 'ਚ ਕੋਈ ਮਤਲਬ ਇੱਕ ਤਰ੍ਹਾਂ ਦੇ ਨਾਲ ਉਹਨਾਂ ਸਾਰਿਆਂ 'ਚ ਕੁਝ ਓਪੀਨੀਅਨ ਲਏ ਗਏ, ਬ੍ਰੇਨ ਸਟੋਰਮਿੰਗ ਹੋਈ, ਤੇ ਉਹ ਕਹਿੰਦੇ ਕਿ ਅਸੀਂ ਤੇ ਬੜੇ ਲੱਕੀ ਸੀਗੇ, ਸਾਡੇ ਜਿਹੜੇ ਬੱਚੇ ਨੇ ਨਾ ਦੇ ਆਰ ਇਨ ਵੈਰੀ ਵਨਰੇਬਲ ਸਿਚੁਏਸ਼ਨ। ਕਮਾਲ ਆ, ਤੁਸੀਂ ਲੱਕੀ ਸੀ, ਤੁਸੀਂ ਤੇ ਬੜੇ ਅਨਲੱਕੀ ਸੀਗੇ, ਤੁਸੀਂ ਤੇ ਬੜੀ ਡਿਸਐਡਵਾਂਟੇਜ, ਤੁਸੀਂ ਤੇ ਬੜੇ ਜਿਹੜੀ ਹੈਗੀ ਏ ਗਰਦਿਸ਼ ਵਿੱਚੋਂ ਨਿਕਲ ਕੇ ਆਏ ਹੋ। ਕੋਈ ਹੋ ਸਕਦਾ ਹੈਗਾ ਅਫਰੀਕਾ 'ਚ ਕਿਤੇ ਪੈਦਾ ਹੋਇਆ ਹੋਏ, ਗੁਰਬਤ ਹੋਏ, ਗਰੀਬੀ ਹੋਏ, ਭੁੱਖਮਰੀ ਹੋਏ, ਕੋਈ ਜਿਹੜਾ ਹੈਗਾ ਇੰਡੀਆ 'ਚ ਕਿਸੇ ਮੁਲਕ ਕਿਸੇ ਪਿੰਡ ਵਿੱਚ ਪੈਦਾ ਹੋਇਆ ਹੋਏ, ਉੱਥੇ ਬੜੀ ਗੁਰਬਤ ਗਰੀਬੀ ਸਾਰੀ ਉਸ ਰੂਪ ਦੇ ਵਿੱਚ, ਤੇ ਤੁਸੀਂ ਤੇ ਬੜੇ ਅਨਫੋਰਚੂਨੇਟ ਸੀਗੇ। ਤੇ ਫੋਰਚੂਨੇਟ ਨੇ ਕਹਿੰਦੇ ਨਹੀਂ ਨਹੀਂ, ਦੇ ਆਰ ਟੋਟਲੀ ਅਨਫੋਰਚੂਨੇਟ। ਰੀਜ਼ਨ ਕਿਉਂਕਿ ਅਸੀਂ ਗੁਰਬਤ ਗਰੀਬੀ ਬੜੀ ਜਿਹੜੀ ਹੈਗੀ ਤੰਗੀ ਵਿੱਚੋਂ ਨਿਕਲੇ ਸੀ, ਸਾਡਾ ਫੋਕਸ ਕਲੀਅਰ ਸੀਗਾ, ਵਧੀਆ ਕੈਰੀਅਰ ਬਿਲਡ ਕਰਨਾ, ਕੋਈ ਡਿਸਟਰੈਕਸ਼ਨ ਨਹੀਂ ਸੀ ਹੈਗੀ, just our aim and our goals were totally clear. We were able to get proper studies and we were able to actually make our careers properly. But these kids are totally distracted. ਇਹਨਾਂ ਦਾ ਕੋਈ ਏਮ ਹੀ ਨਹੀਂ ਹੈਗਾ। ਇਹਨਾਂ ਨੂੰ ਸਵੇਰੇ ਉੱਠਦਿਆਂ ਨੂੰ ਵਧੀਆ ਵਧੀਆ ਚੀਜ਼ਾਂ ਖਾਣ ਨੂੰ ਮਿਲਦੀਆਂ ਨੇ, ਬਿਨਾਂ ਮੰਗਿਆਂ ਕੱਪੜੇ ਮਿਲ ਰਹੇ, ਸਾਰਾ ਕੁਝ। Why do they want to actually struggle? Why do they want to do hard work? No, there is no actually driving force they have inside as we have. ਇੱਥੇ ਜਾ ਕੇ ਕੀ ਪਤਾ ਲੱਗਾ? ਦੁੱਖ, ਜਿਹੜੀ ਭੁੱਖ, ਜਿਹੜੀਆਂ ਇਹ ਚੀਜ਼ਾਂ ਨੇ ਇਹ ਦਾਰੂ ਬਣ ਜਾਂਦੀਆਂ ਨੇ। ਤੇ ਜਿਵੇਂ ਜਿਵੇਂ ਇੱਥੋਂ ਵੀ ਕਿਹਾ ਗਿਆ, ਤੇਜੋਂ ਰਾਜ ਤੇ ਰਾਜੋਂ ਨਰਕ।
दौलत होनी माड़ी गल नहीं है। दौलत की मलकीयत बंदा लैके जो भोग बिरती च जाता है फिर मरदा है बंदा। माफ़ी मंगना मैं, पर मैं अपने समाज देखदा पिछलियां 2 पुश्तां दे बहुत सरमाया आया साडे लोकां दे कोल, एंड दे आर नॉट एबल टू डू विद दिस सरमाया एनीथिंग प्रॉपरली। दे आर टोटली डिस्ट्रैक्ट। ये वड्डा इशू नैक्सट जनरेशन। वैनकूवर जाके हाल देखो तुसी, इंग्लैंड देखो हाल जाके तुसी। People literally cry. They're saying, Bhai Sahab, what happened wrong here? Yes. Because we are not able to see things. ਇਹ ਜਿਹੜੀ ਆ ਬਾਣੀ ਹੈਗੀ ਨਾ, ਇਟਸ ਨੋਟ ਏ ਮੰਤਰ ਕਾਈਂਡ ਆਫ ਥਿੰਗਸ ਵੀ ਵੇਦ ਵੂਦ ਪੜ੍ਹਦੇ ਸੀ ਲੋਕੀ ਤੇ ਉਸ ਤਰੀਕੇ ਨਾਲ ਯੱਗ ਯੋਗ ਕਰਦੇ ਸੀਗੇ। ਨਾਓ ਇਟ ਇਜ਼ ਵੀ ਆਰ ਡੂਇੰਗ ਸੇਮ ਵੇ। No, this is very practical thing. This is giving you real, actually, a way of life. If you follow, you can get real happiness in your life. ਸਾਹਿਬ ਜ਼ਿਕਰ ਕਰਦੇ ਇਹਦੇ 'ਚ ਅਕਾਲ ਪੁਰਖ ਵਾਹਿਗੁਰੂ ਮਾਲਕ ਆ, ਉਹਦੀ ਦਿੱਤੀ ਦਾਤ ਹੈ ਸਾਰੇ ਦੀ ਸਾਰੀ, ਉਹਦਾ ਨਿਆਂ ਵੀ ਸੱਚਾ ਹੈਗਾ। ਉਸ ਨਿਆਂ ਨੂੰ ਮੈਂ ਸਮਝਾਂ। ਨਿਆਂ ਇਹ ਹੈਗਾ ਮੈਂ ਰੋਂਗ ਪਰਸੈਪਸ਼ਨ ਦੇ ਵਿੱਚ, ਰੋਂਗ ਅਜ਼ੰਪਸ਼ਨ ਦੇ ਵਿੱਚ ਅਤੇ ਰੋਂਗ ਕਿਸਮ ਦੀਆਂ ਚੋਇਸਿਸ ਵਿੱਚ ਜਾਵਾਂਗਾ, ਡੈਫੀਨੇਟਲੀ ਪਨਿਸ਼ਮੈਂਟ ਮੇਰੇ ਵਾਸਤੇ ਪੱਕੀ ਹੈਗੀ ਹੈ। ਕਿਉਂ ਨਹੀਂ ਪਨਿਸ਼ਮੈਂਟ ਹੋਏਗੀ ਜਦੋਂ ਮੇਰਾ ਰਾਹ ਹੀ ਟਰੈਕ ਹੀ ਰੋਂਗ ਹੈਗਾ। ਸਪੋਜ਼ ਕਰੋ ਨਾ ਤੁਸੀਂ ਹਾਈਵੇ ਤੇ ਗੱਡੀ ਪਾਉਣੀ ਹੋਏ ਉੱਤੇ 427 ਦੇ ਉੱਤੇ, ਤੇ ਤੁਸੀਂ ਜਿਹੜਾ ਹੈਗਾ ਆ ਸਪੋਜ਼ ਸਾਊਥ ਬਾਉਂਡ ਨੂੰ ਤੁਸੀਂ ਇੱਥੋਂ ਜਾਣਾ ਹੈਗਾ, ਤੇ ਤੁਸੀਂ ਸਾਊਥ ਬਾਉਂਡ ਨੂੰ ਜਾਣ ਵਾਸਤੇ ਕੋ ਸੜਕਾਂ ਤੇ ਦੋਵੇਂ ਹੀ ਚੱਲ ਰਹੀਆਂ ਨੇ, ਨਾਰਥ ਬਾਉਂਡ ਵੀ ਤੇ ਸਾਊਥ ਬਾਉਂਡ ਨੂੰ ਚੱਲ ਹੀ ਰਿਹਾ ਹੈਗਾ। ਆਪਾਂ ਇੱਕ ਕੰਮ ਕਰਦੇ ਹਾਂ, ਜਾਣਾ ਹੀ ਹੈ ਨਾ, ਤੇ ਸਾਊਥ ਬਾਉਂਡ ਜਿਹੜਾ ਹੈਗਾ ਇਹ ਤੇ ਬੜਾ ਸਟਕ ਹੈਗਾ, ਆਪਾਂ ਨਾਰਥ ਬਾਉਂਡ ਤੇ ਪਾ ਕੇ ਆਉਂਦੀਆਂ ਗੱਡੀਆਂ ਨੂੰ ਬਚਾ ਕੇ ਜਾਂਦੀ ਹੋਈ ਚਲਾਈ ਜਾਂਦੇ ਆ। ਦੈਟ ਇਜ਼ ਰੋਂਗ ਚੋਇਸ। Although your intention is really good, you want to go on your work on time, you don't want to waste your time, ਤੁਸੀਂ ਕਿਸੇ ਨੂੰ ਹਰਟ ਵੀ ਨਹੀਂ ਕਰਨਾ ਚਾਹੁੰਦੇ, ਪਰ ਚੋਇਸ ਤੇ ਰੋਂਗ ਹੈ ਨਾ। ਹੋਏਗਾ ਕਿ ਪਹਿਲੇ ਲੈਵਲ ਤੇ ਗੱਡੀ ਪਈਆਂ ਨਾਲ ਹੀ ਕਿਤੇ ਨਾ ਕਿਤੇ ਠੁਕੇਗੀ। ਜੇ ਨਾ ਵੀ ਠੁਕੀ, ਬਚ ਬਚਾ ਕੇ ਤੇ ਨਿਕਲ ਵੀ ਗਏ, ਪੁਲਿਸ ਵਾਲਾ ਟਿਕਟ ਦੇਗਾ। ਫਿਰ ਮੈਂ ਕਹਾਂਗਾ ਅੱਜ ਦਿਨ ਹੀ ਮਾੜਾ ਸੀਗਾ, ਟੁਡੇ ਵਾਜ਼ ਰੀਅਲੀ ਬੈਡ ਡੇ, ਇਟ ਵਾਜ਼ਨਟ ਮਾਈ ਡੇ। ਨੋ, think about your choice, what you have actually choose. ਡੀਪ ਲੈਵਲ ਤੇ ਜਾਓਗੇ, ਹਰ ਚੋਇਸ ਇੱਥੋਂ ਨਿਕਲ ਰਹੀ ਹੈਗੀ, ਸਵਾਰਥ ਵਿੱਚੋਂ, ਹਵਸ ਵਿੱਚੋਂ, ਲਾਲਚ ਵਿੱਚੋਂ, ਇਸ ਵਿੱਚੋਂ ਨਹੀਂ। ਸਾਡੀਆਂ ਛੋਟੇ ਤੋਂ ਛੋਟੇ ਲੈਵਲ ਦੀਆਂ ਚੋਇਸਿਸ ਦੇਖੋ। ਮੈਂ ਮਾਫੀ ਮੰਗਦੇ, ਮੈਂ ਕਹਿੰਦਾ ਮੈਂ ਕਾਉਂਸਲਿੰਗ ਵਿੱਚ ਹੈਗਾ ਇਸ ਵਕਤ। ਮੈਂ ਬੱਚਿਆਂ ਦਾ ਫਿਊਚਰ ਮਤਲਬ ਤਬਾਹ ਹੁੰਦਾ ਵੇਖ ਰਿਹਾ, ਬਰਬਾਦ ਹੁੰਦਾ ਬੜੇ ਵੱਡੇ ਲੈਵਲ ਤੇ। ਕੁਛ ਹੋ ਚੁੱਕਾ, ਕੁਛ ਹੋ ਰਿਹਾ ਹੈਗਾ। ਬੱਚੇ 'ਚ ਐਬਿਲਿਟੀ ਇਹ ਸੀਗੀ ਉਹ ਔਨ ਹੈਂਡ ਵਰਕ ਕਰ ਸਕਦਾ ਸੀਗਾ। ਬੱਚੇ 'ਚ ਐਬਿਲਿਟੀ ਇਹ ਸੀਗੀ ਉਹ ਕਿਸੇ ਲੈਵਲ ਤੇ ਛੋਟੇ ਮੋਟੇ ਬਿਜ਼ਨਸ ਦਾ ਕੋਈ ਇੰਟਰਪ੍ਰੀਨਰ ਬਣ ਕੇ ਕੁਛ ਨਾ ਕੁਛ ਚੰਗਾ ਕਰ ਸਕਦਾ ਸੀਗਾ। ਹੋਇਆ ਕਿ ਪੇਰੈਂਟਸ ਨੇ ਫੋਕਸ ਇੱਕੋ ਚੀਜ਼ ਤੇ ਰੱਖਿਆ, ਨਾ 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 ਨਾ, ਪਹਿਲਾਂ ਤਾਂ ਯੂਨੀਵਰਸਿਟੀ ਦੀਆਂ 2 ਡਿਗਰੀਆਂ ਲੈ ਕੇ ਆ, ਚਲ ਪਚ 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 ਪਚ। ਨਾ ਉਹਦਾ ਇੰਟਰਸਟ ਹੈ, ਨਾ ਉਹਦੇ ਕੋਲ ਐਬਿਲਿਟੀ ਹੈ। ਹੋਇਆ ਕਿ ਖਤਮ ਹੋ ਗਿਆ। Now he is not able to actually do that on hand work. ਉਹਦੇ ਤੋਂ ਟੌਪ ਆਫ ਦੈਟ ਅਸੀਂ ਉਸ ਲੈਵਲ ਤੇ, ਮਤਲਬ ਇਹ ਐਵਰੇਜ ਹਾਊਸ ਹੋਲਡ ਦੀ ਗੱਲ ਦੱਸ ਰਿਹਾ ਮੈਂ। ਫਿਰ ਮੈਂ ਵੀ ਕਹਿੰਦਾ ਬੱਚੇ ਯੂਨੀਵਰਸਿਟੀ ਡਿਗਰੀ ਲੈਣ ਭੇਜ ਦਿਓ, ਬਟ ਫॉर ਵਾਟ? ਇੱਕ ਐਗਜ਼ਾਮਪਲ ਹੋਰ ਦੇ ਦੇਣਾ ਨਾਲ, ਇਹ ਲਾਈਫ ਦੀਆਂ ਰੀਅਲ ਐਗਜ਼ਾਮਪਲਸ ਨੇ ਤਾਂ ਕਿ ਅੰਡਰਸਟੈਂਡ ਹੋ ਸਕੇ। ਗੁਰਬਾਣੀ ਸੁੱਖ ਦਿੰਦੀ ਹੈ, ਗੁਰਬਾਣੀ ਸਾਡੇ ਅੰਦਰ ਦੇ ਕਪਾੜ ਖੋਲਦੀ ਹੈ। ਬੱਚਾ ਇੱਥੇ ਲਾਈਫ ਸਾਇੰਸਿਸ ਪੜ੍ਹਦਾ ਸੀ ਲੰਡਨ ਯੂਨੀਵਰਸਿਟੀ ਦੇ ਵਿੱਚ, ਬੜਾ ਵਧੀਆ ਪਰਿਵਾਰ ਹੈ, ਹਸਬੈਂਡ ਵਾਈਫ ਦੋਨੋਂ ਪ੍ਰੋਫੈਸ਼ਨਲ ਨੇ। ਬੱਚਾ ਬੜਾ ਸ਼ਾਰਪ ਮਾਈਂਡਡ ਹੈ, ਬੜਾ ਬ੍ਰੇਨੀ ਹੈ, ਬੱਚਾ ਬੜਾ ਵਧੀਆ ਪੜ੍ਹ ਰਿਹਾ ਹੈ। ਬਿਹੇਵੀਅਰਲ ਇਸ਼ੂ ਆ ਗਏ। ਪ੍ਰੋਫੈਸਰ ਬਹੁਤ ਕਲੋਜ਼ ਸੀਗਾ ਉਹਦੇ, ਫੈਮਿਲੀ ਦੇ ਵੀ ਕਲੋਜ਼ ਸੀ, ਕਿਉਂਕਿ ਫੈਮਿਲੀ ਪ੍ਰੋਫੈਸ਼ਨਲ ਹੋਣ ਕਰਕੇ ਅਕਸਰ ਐਕਚੁਅਲੀ ਉੱਥੇ ਵਿਜ਼ਿਟ ਕਰਦੀ ਹੈ, ਬੜਾ ਆਪਸ ਵਿੱਚ ਸਾਂਝ ਹੈਗੀ ਹੈ। ਪ੍ਰੋਫੈਸਰ ਨੇ ਬੜੇ ਅਰਲੀ ਸਾਈਨ ਐਂਡ ਸਿੰਪਟਮਸ ਦੇਖੇ ਉਹਦੇ ਬਿਹੇਵੀਅਰ ਦੇ। ਉਹਨੇ ਫੈਮਿਲੀ ਨੂੰ ਵਾਰਨ ਕੀਤਾ, ਸਮਥਿੰਗ ਇਜ਼ ਰੋਂਗ ਵਿਦ ਦਿਸ ਕਿਡ, ਯੂ ਹੈਵ ਟੂ ਹੈਲਪ ਹਿਮ। ਉਹਨਾਂ ਨੇ ਰਾਈਟ ਗੱਲਬਾਤ ਕੀਤੀ ਉਹਨਾਂ ਨੂੰ ਪਤਾ ਲੱਗ ਗਿਆ ਬਿਹੇਵੀਅਰਲ ਇਸ਼ੂ ਆ ਰਹੇ ਨੇ ਬੱਚੇ ਨੂੰ। ਉਹਨਾਂ ਨੇ ਇੱਥੇ ਜਿਹੜਾ ਹੈਗਾ ਆ ਮਤਲਬ ਕਾਉਂਸਲਿੰਗ ਵਗੈਰਾ ਵਾਸਤੇ ਅਪੀਲ ਕੀਤੀ, ਥੈਰੇਪਿਸਟ ਇਨਵੋਲਵ ਹੋ ਗਿਆ। ਖੈਰ ਕੋਈ ਗੱਲਬਾਤ ਬਣੀ ਨਹੀਂ ਉਸ ਲੈਵਲ ਤੇ, ਕਿਉਂਕਿ ਜਦੋਂ ਬੰਦਾ ਬਹੁਤ ਜ਼ਿਆਦਾ
इंटैलीजेंट होए तो इंटलैक्चुअली ਉਹਦੀ बड़ी समर्था होए, किसी ਨੂੰ फिर दूजे ਨੂੰ मतलब प्रॉपरली चीज़ भी नहीं डायग्नोस करन दिंदा। अखीर गल ये निबड़ी कि कोई हथ पलन लगा तो उन्होंने मेरे नाल सांझ सी, उन्होंने मेरे को भेजा, कहेंगे भाई साहब प्लीज़ तुसी जे किते देखो इन्हों। मेरे को आया, साड़ी पहली सीटिंग सी, असीं बैठे गल्लां बातां कीतियां, हाउज यू एक्चुअली डूइंग, एवरीथिंग इज फाइन, ओके ठीक है। सो गलबात हुई कि तू लाइफ साइंसिस विच पहली डिग्री है तेरी, दैन आफ्टरवर्ड व्हाट डू यू वांट टू डू, डॉक्टर, ओके ठीक है। मैं अगली गल की, अच्छा डॉक्टर जस्ट जीपी बनना चाहना, जनरल फिजिशियन, नो 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 नो, आई वांट टू डू स्पैशलिटी, आई वांट टू बी स्पैशलिस्ट इन व्हाट, आई वांट टू बी जो कार्डियोलॉजिस्ट, कार्डियल सिस्टम वास्ते जाना मैं, ठीक है। होर गल्लां बातां बाय चांस, क्योंकि मैं उन्होंने क्या, मैं क्या तेनों तो शायद थोड़ा जड़ा हैगा ईजीली एडमिशन मिल जाएगा जड़ा मैडिकल स्कूल विच लंडन, बिकॉज तू उन्हों का स्टूडेंट हैगा। तो वह आंसर ये सीगा, कहंदा नो नो नो, हू वांट्स टू एक्चुअली डू डिग्री इन कैनेडा, नो नो आई डोंट वांट टू बी एक्चुअली हेयर इन कैनेडा फॉर मैडिकल स्टडीज़, स्पैशली फॉर जड़ा हैगा फिजिशियन स्टडीज़, MBBS ते MD वास्ते। मैं क्या भी क्यों, कहंदा कि मैं तो USA जावांगा स्टेट्स। मैं तो वह रीजन की स्टेट जान दा, कहंदा यू नो इन स्टेट्स डॉक्टर्स मेक मोर मनी and they can actually bill directly to the patients. Here OHIP cover everything, so that's why they cannot make that much money compared to American doctors. अच्छा, बच्चे दी बारे सेंस होनी शुरू हुई कि बच्चा कित्थों आ रहा है। हुण बच्चा आप ही ओपन अप हो रहा है, कहंदे यू नो आई हैव ऑलरेडी प्लान्ड, आई एम इन्वेस्टिंग दैट मच टाइम, एनर्जी एंड ऑल्सो मनी एज यू आर मैंशनिंग। मैं तेरे पेरेंट्स को मनी पे करनी पैनी, उत्ते तेनों प्राइवेट सारी एजुकेशन हैगी, उत्ते कहंदे इट्स नॉट बिग डील, दे कैन एक्चुअली पे मनी, दे हैव अ लॉट ऑफ मनी। सीधे तौर पर बच्चा कह रहा, तो ठीक है। तो कहता कि मैं तो पूरा धारिया है कि जो मेरे को पेशेंट्स आउणगे ना, पहला मैं उन्होंने रॉन्ग मेडिसिन देवांगा, बिकॉज आई हैव टू एक्चुअली कवर माई कॉस्ट एज सुन एज पॉसिबल। फिर मैं उन्होंने प्रॉपर दवाई देवांगा। मैं थोड़ा जड़ा हैगा लाइट मूड विच क्या, मैं यू नो यू शुड नॉट चूज दिस फील्ड एट ऑल, आई strongly urge you, I strongly request you. You know why? Because वो हंस पे बच्चा कहना, oh yes I know you are going to say it's not ethically good, all that, what do you know about ethics, when you are studying then you should know about, man, no, I'm not talking about ethics and all that, no, these things are not for you, I know, I'm just actually worried about yours and your parents. Why you are worried about me? मैं guess करके, क्योंकि तू जेल जाने का इंतजाम कर रहा है, मापे रोने तेरे, what do you think? तू इस तरीके नाल रॉन्ग प्रैक्टिस करेगा तो अथॉरिटीज नहीं होएगी, बट आई विल डू वेरी एक्चुअली, कहते भी बड़े टैक्नीकल ढंग दे नाल। मैं क्या यही फेक कॉन्फिडेंस बंदे ने लैके जाता उत्थों तक। आप अंदाजा लाओ कित्थों बात शुरू हो रही है तो किधर ਨੂੰ जा रही है, पैसा, सरमाया, पोजैशंस, ऑल दोज थिंग्स। फिर बंदा कहता है नहीं नहीं रब न्याय नहीं कर रहा, भाई माया छलावा है, ये दुख देती है, बी अवेयर अबाउट इट। ਇਹਦਾ मतलब है नहीं माया आएगी नहीं, माया रहेगी नहीं, माया बहुत रहेगी, बट तुसीं ਉਹਨੂੰ एज ए कस्टोडियन के तौर पर रखो, ਉਹਦੇ ਪਿੱਛੇ पागल ना हो, ਉਹਦੇ ਪਿੱਛੇ बंदा क्यों कतल करने ਲਈ ਤਿਆਰ हो जाए। गुरु साहब ने कहा साचा साहब साच नाए, फिर भाख्या भाओ अपार। ये संसार जिहड़ा हैगा साडी सब तो वड्डी समस्या मनुखां दी पता है कि खिज, बंदे दी जबान ही सब तो वड्डा हथियार है। बोलन ते हर चीज खड़ी है, बाणी दा बचन है, सब जिक्र करते ने गंढ प्रीति मिठे बोल। तुसी बोलन दा लहजा प्रॉपर रखो, तुहाडी जबान ठीक हो जाए, आला दुआला बहुत आप ही ठीक हो जाता है। ते जिहड़ी बोल बाणी है, इनू तुसी ज्यादा समा मतलब दिल विच होर ते मूँह विच होर रख के नहीं चल सकोगे ना। जो दिल विच है ना, बाणी कहंदी जो जी होए सो उगवे, उगदा वो आएगा बाहर किते ना किते उस रूप दे विच। इस करके भाख्या भाओ अपार, रब जी नाल सांझ बनाउणी है ना, जिहड़ा मालक है सारे कासे दा, अपार प्रेम तुहाडे छलकना चाहिए हर चीज वास्ते, मतलब किसी एक चीज वास्ते नहीं, हर चीज वास्ते, हर एक चीज नूं तुसीं स्नेह प्यार खलूस मुहब्बत उस रूप दे च अपने आप विच वंड के देखो। ये साहब ने सानू बात की थी। अगला वाक लिखिया, आखें मंगें देह देह दात करे दातार। जिहड़ी साडी प्रैक्टिसिस हैगियां ने धार्मिक तौर पर
ਤੁਸੀਂ ਦੇਖੋਗੇ ਪੰਜਾਬੀ ਦਾ ਜ਼ਬਾਨ ਹੈ ਸੁਖਣਾ, ਸਾਨੂੰ ਸਭ ਨੂੰ ਪਤਾ। ਅਸੀਂ ਬੜੀ ਡੀਪ ਲੈਵਲ ਤੇ ਜਾਣਦੇ ਹਾਂ, ਬੰਦਾ ਕਿਤੇ ਜਾਂਦਾ ਤਾਂ ਭੁੱਖਣਾ ਸੁੱਖਦਾ ਹੈ। ਮਾਲਕ ਦਾ ਸੁੱਖ ਸੁੱਖਦਾ, ਸੁੱਖ ਮੀਨ ਆ ਚੀਜ਼ ਮਿਲ ਜਾਏ, ਆ ਇੱਛਾ ਪੂਰੀ ਹੋ ਜਾਏ, ਆ ਚੀਜ਼ ਹੋ ਜਾਂਦੀ, ਫਿਰ ਵਾਪਸ ਜਾਂਦਾ ਉੱਥੇ ਸੁਖਣਾ ਪੂਰੀ ਕਰਨ ਵਾਸਤੇ। ਇਹੀ ਸਾਈਕਲ ਚੱਲ ਰਿਹਾ ਲਗਾਤਾਰ। ਆਖੈ ਮੰਗੈ ਦੇਹ ਦੇ, ਤੇ ਬਾਣੀ ਕਹਿੰਦੀ ਦਾਤ ਕਰੇ ਦਾਤਾਰ। ਉਹ ਬੜਾ ਬੇਅੰਤ, ਉਹਦੇ ਕੋਲ ਕਮੀ ਥੋੜਾ ਹੈਗੀ ਹੈ, ਉਹ ਦੇਈ ਜਾਂਦਾ ਦੇਈ ਜਾਂਦਾ ਦੇਈ ਜਾਂਦਾ। ਪਰ ਅਨਫੋਰਚੂਨੇਟਲੀ ਗੱਲ ਇਹ ਹੈਗੀ ਹੈ ਕਿ ਮੰਗਣ ਦਾ ਲਹਿਜ਼ਾ ਜਿਹੜਾ ਹੈ ਇੱਕ ਮਲਟੀਪਲ ਲੇਅਰਸ ਵਿੱਚ ਆਉਂਦਾ ਹੈ, ਕਈ ਲੈਵਲ ਤੇ ਆਉਂਦਾ। ਬੀਤੇ ਕੱਲ ਅਸੀਂ ਬਾਤ ਕਰ ਰਹੇ ਸੀਗੇ ਕਿ ਜਿਹੜਾ ਮੰਗਣਾ ਹੈਗਾ ਡੀਪ ਲੈਵਲ ਤੇ ਬੰਦਾ ਕੁਝ ਮੰਗ ਰਿਹਾ, ਬੰਦਾ ਸੋਚਦਾ ਵੀ ਨਹੀਂ ਮੈਂ ਕੀ ਮੰਗ ਰਿਹਾ ਵਾਂ। ਬੰਦਾ ਅੰਦਰ ਕਈ ਵਾਰ ਅੰਦਰਲੇ ਸਿਮਰਨ ਵਿੱਚ ਕੁਝ ਹੋਰ ਹੀ ਮੰਗੀ ਜਾਂਦਾ। ਕੀ ਮੰਗੀ ਜਾ ਰਿਹਾ? ਸਪੋਜ਼ ਕਰੋ ਬੱਚਾ ਹੀ ਉਹਦਾ, ਤੇ ਬੱਚਾ ਉਹਨੂੰ ਤੰਗੀ ਦੇ ਰਿਹਾ ਥੋੜੀ ਬਹੁਤੀ, ਅੰਦਰ ਡੀਪ ਲੈਵਲ ਤੇ ਚੱਲ ਰਿਹਾ, ਕੋਈ ਨਾ ਬੱਚੋ, ਕੱਲ ਨੂੰ ਜਦੋਂ ਤੇਰੇ ਨਿਆਣੇ ਹੋਣਗੇ ਤੈਨੂੰ ਤੰਗ ਕਰਨਗੇ, ਫਿਰ ਤੈਨੂੰ ਪਤਾ ਲੱਗੇਗਾ ਬਾਪੇ ਦਾ ਦਰਦ ਕੀ ਹੁੰਦਾ, ਕੀ ਮੰਗ ਰਿਹਾ ਤੂੰ। ਕੋਈ ਨਾ ਬੱਚੂ, ਜਿਸ ਸਿਚੁਏਸ਼ਨ 'ਚ ਮੈਂ ਫਸਿਆ ਨਾ ਅੱਜ, ਮੈਂ ਤੈਨੂੰ ਕੁਝ ਕਹਿ ਨਹੀਂ ਸਕਦਾ, ਪਰ ਤੂੰ ਕੱਲ ਨੂੰ ਜਦੋਂ ਫਸੇਗਾ ਨਾ ਫਿਰ ਤੈਨੂੰ ਪਤਾ ਲੱਗੇਗਾ ਮਤਲਬ ਮੰਗ ਕੀ ਰਿਹਾ ਤੂੰ ਪੂਰਾ ਹੋਏਗਾ। ਐਂਡ ਵਾਟ ਡੂ ਯੂ ਥਿੰਕ ਯੂ ਗੋਨਾ ਸਪੇਅਰ ਫਰਮ ਦੈਟ ਸੋਰੋ ਐਂਡ ਦੈਟ ਪੇਨ? ਨੋ, ਮੋਹ ਤੇ ਹੋਰ ਵਧੀ ਜਾਏਗਾ। ਫਿਰ ਬੰਦਾ ਕਹੇਗਾ ਆ ਕਿੱਥੋਂ ਰਿਹਾ ਹੈਗਾ? ਦਾਤ ਕਰੇ ਦਾਤਾਰ, ਉਹ ਦੇ ਰਿਹਾ ਹਰ ਉੱਪਰ ਡੀਪ ਲੈਵਲ ਦੀ ਹਰ ਮੰਗ ਤੁਹਾਡੀ ਪੂਰੀ ਹੋਏਗੀ। ਇਹੀ ਸਿਮਰਨ ਹੈ, ਇਹੀ ਸ਼ਕਤੀ ਤੁਹਾਡੇ ਅੰਦਰ ਬੇਟੀ। ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ। ਲੋਕਾਂ ਕਿਹਾ ਮੂੰਹ ਤੋਂ ਮੂੰਹ ਨੂੰ ਸਾਹਿਬ ਨੇ ਕਿਹਾ ਸੀ ਮੂੰਹ ਕਾ ਕਹਿਆ ਵਾਓ, ਇਟਸ ਨਥਿੰਗ। ਮੂੰਹ ਦੇ ਕਹੇ ਬੋਲ ਰੋਜ਼ ਪੁੱਗਣ ਤੇ ਮੂੰਹ ਤੋਂ ਤਾਂ ਸਾਰੀਆਂ ਚੀਜ਼ਾਂ ਟੰਗੀਆਂ ਹੋ ਰਹੀਆਂ, ਸਭ ਬੰਦੇ ਠੀਕ ਠੀਕ ਬੋਲ ਰਹੇ ਨੇ। ਉਗ ਤੇ ਉਹ ਰਿਹਾ ਜੋ ਹਿਰਦੇ ਦੇ ਵਿੱਚ ਅੰਦਰ ਹੈ, ਕਿਉਂਕਿ ਮੈਨੀਫੈਸਟ ਤੇ ਉਹਨੇ ਹੋਣਾ ਨਾ। ਜਿਹੜਾ ਸੀਡ ਤੁਸੀਂ ਧਰਤੀ ਦੇ ਵਿੱਚ ਦੇਖੋ ਨਾ, ਬੀਜ ਉੱਤੇ ਖਿਲਾਰੇ ਹੋਣ ਵਿਖਾਵੇ ਵਾਸਤੇ, ਦੇਖੋ ਜੇ ਅਸੀਂ ਕਣਕ ਬੀਜੀ ਆ ਉੱਤੇ ਉੱਤੇ, ਥੱਲੇ ਜੋ ਥੱਲੇ ਬੀਜਿਆ, ਜਿਹੜਾ ਡੀਪ ਰੂਟਡ ਹੋ ਕੇ ਉਗਣਾ ਜਿਹਨੇ ਹੌਲੀ ਹੌਲੀ ਕਰਕੇ, ਜਿਹੜਾ ਦਿਸਦਾ ਹੀ ਨਹੀਂ ਉੱਤੇ ਸਰਫੇਸ ਦੇ ਉੱਤੇ ਤੇ, ਫਿਰ ਜਦੋਂ ਉਗ ਰਿਹਾ ਹੈਗਾ ਫਿਰ ਬੰਦਾ ਕਰ ਰਿਹਾ ਓ ਹੋ ਆ ਕੀ ਬਣ ਗਿਆ। ਸਾਹਿਬ ਜ਼ਿਕਰ ਕਰਦੇ ਉਹ ਅਕਾਲ ਪੁਰਖ ਵਾਹਿਗੁਰੂ ਦਾਤ ਕਰੇ ਦਾਤਾਰ। ਫਿਰ ਇੱਕ ਬਾਤ ਲਿਖੀ, ਫਿਰ ਕੇ ਅੱਗੇ ਰੱਖੀ ਹੈ। ਕੇ ਦਾ ਮਤਲਬ ਹੈ ਵਾਟ, ਜਿਹਨੂੰ ਅਸੀਂ ਕਿਆ ਕਹਿੰਦੇ ਆ, ਕੀ ਕਹਿੰਦੇ ਹੈਗੇ ਆ। ਫਿਰ ਮਤਲਬ ਆਫਟਰ ਦੈਟ ਮੀਨ ਜਦੋਂ ਸਭ ਕਰਨ ਕਰਾਉਣ ਵਾਲਾ ਉਹ ਹੈ, ਮਾਲਕ ਉਹ ਹੈ, ਮੈਂ ਤੇ ਸਿਰਫ ਭੁਗਤਾ ਹੈਗਾ ਆ, ਫਿਰ ਮੈਂ ਉਹਨੂੰ ਕੀ ਚੜਾ ਸਕਣਾ ਵਾ। ਇੱਥੋਂ ਫਿਰ ਸਾਰੀ ਪੂਜਾ ਅਰਚਨਾ ਖਤਮ ਹੋ ਜਾਂਦੀ, ਇੱਥੇ ਰੱਬ ਤੇ ਕੀਤੇ ਹੋਏ ਸਾਨ ਖਤਮ ਹੋ ਜਾਂਦੇ ਨੇ। ਇੱਥੇ ਫਿਰ ਸਾਰਾ ਜਿਹੜਾ ਸੋ ਕਾਲਡ ਵਰਸ਼ਿਪਿਜ਼ਮ ਹੈਗੀ ਏ, ਇਹ ਫਿਰ ਲੈ ਜਾਂਦੀ ਹੈ। ਇਸ ਵਰਸ਼ਿਪਿਜ਼ਮ ਵਿੱਚੋਂ ਵੀ ਸਾਰੇ ਸਾਰੇ ਇਸ਼ੂਜ਼ ਕ੍ਰੀਏਟ ਹੁੰਦੇ ਨੇ। ਮੈਂ ਫਿਰ ਮਾਫੀ ਮੰਗਦੇ ਹੋਏ ਲਫ਼ਜ਼ ਕਹਿਣ ਲੱਗਾ ਵਾਂ, ਕਿਉਂਕਿ ਜਿਸ ਖਿੱਤੇ ਚੋਂ ਆਇਆ ਗੱਲਾਂ ਛੇਤੀ ਸਮਝ ਆਉਂਦੀਆਂ ਨੇ ਸਾਨੂੰ। ਉੱਥੇ ਤੁਸੀਂ ਮੰਦਰਾਂ ਦੀ, ਧਾਰਮਿਕ ਸਥਾਨਾਂ ਦੀ ਪ੍ਰਾਪਰਟੀ, ਚੜਾਵੇ, ਉਹਨਾਂ ਬਾਰੇ ਜਦੋਂ ਗੱਲਾਂ ਸੁਣਦੇ ਹੋ ਬੰਦੇ ਤੇ ਰੌਂਗਟੇ ਖੜੇ ਹੋ ਜਾਂਦੇ ਨੇ ਇੰਨਾ। ਪਰ ਅੰਡਰ ਦਾ ਨੇਮ ਆਫ ਪਰਮਾਤਮਾ, ਭਗਵਾਨ, ਗॉड, ਐਂਡ ਹੂ ਇਜ਼ ਗੈਟਿੰਗ ਬੈਨੀਫਿਟ from all that money? ਦੇਖੋ ਇੱਕ ਫੈਮਿਲੀ ਸਾਡੀ ਪੰਜਾਬੀ ਸਿਆਸਤ ਦੇ ਵਿੱਚ, ਅਕਾਲੀ ਸਿਆਸਤ ਦੇ ਵਿੱਚ, ਜਿਹਨੂੰ ਮੈਂ ਜੇ ਕਹਾਂ ਕਿ ਡੀਪ ਲੈਵਲ ਤੇ ਸਟੱਡੀ ਕੀਤੀ ਜਾਏ ਤੇ ਮੋਰ ਦੈਨ 90% ਸਿੱਖ ਮਾਈਂਡਡ ਲੋਕ ਇਹ ਕਹਿਣਗੇ ਵੀ ਇਹਨਾਂ ਦਾ ਤੇ ਬੇੜਾ ਗਰਕ ਜਾਣਾ ਚਾਹੀਦਾ ਹੈ। ਸੌਰੀ ਟੂ ਸੇ, I'm not praying for that, and I'm not saying it, I'm just presenting, but is reality. I'm not in any team, not to actually stop them, not to destroy them, and not to promote them. I'm just a presenter, kind of screen you can say, but let's actually put in that way. ਕਹਿਣਗੇ 90% ਇਹਦਾ ਬੇੜਾ ਗਰਕ ਜਾਣਾ ਚਾਹੀਦਾ ਹੈ, ਬਟ ਉਹਦਾ ਬੇੜਾ ਕਾਹਦਾ ਗਰਕ ਜਾਣਾ? ਉਹਦਾ ਬੇੜਾ ਤਾਂ ਐਨ ਤਰ ਰਿਹਾ ਪੂਰੀ ਸਪੀਡ ਦੇ ਨਾਲ, ਐਨ ਮਜ਼ੇ ਦੇ ਨਾਲ। They don't have any issue, they are enjoying everything. People are opposing them, people are criticizing them. It's okay, it's a game. ਜੇ ਨਾ ਹੋਏਗਾ ਤਾਂ ਫਿਰ ਆਪਾਂ ਕਰਾਂਗੇ ਕੀ? That's the game, let's enjoy it. They are having fun on it. Why aren't they actually feeling some kind of hot burning positions and some kind of hard time? ਕਿਉਂਕਿ ਉਹਨਾਂ ਦੇ ਕੋਲ ਇੱਕ ਹਾਰਡ ਕੋਰ ਤੇ ਅਰਨ ਕਰਨ ਵਾਸਤੇ ਇੱਕ ਵੱਡਾ ਇੰਸਟੀਟਿਊਸ਼ਨ ਹੈਗਾ,
ਉਹਦੇ 'ਚ ਉਹਨਾਂ ਦੀ ਮਲੋਪਲੀ ਹੈ, ਉਹਦੇ 'ਚ ਕੋਈ ਚੈਲੰਜ ਵੀ ਨਹੀਂ ਕਰ ਸਕਦਾ ਨਾ। Until they have that control on that religious institution, big institution, they are not going anywhere. क्योंकि बेतहाशा है ना इस रूप दे सरमाया पैसा, इस रूप दे अंदर बात है। सो ये चीज़ां तुसीं बड़े ध्यान नाल देखो, ते ये मतलब सारे तो सारा किस रूप में आ रहा है। तुसीं फिर सॉरी टू से माफ़ी मंगते लफ्ज़ कहांगा मैं, क्योंकि साडे जिहड़ा हैगा असीं प्रॉपर तरीके नाल चीज़ां नूं वेख नहीं पाए। जिवें साडे हुण कैनेडा तो असीं गल करदे हां, हेयर एंड नाउ दी सिचुएशन ते आ जाइए इस वक्त साडे इत्थे माफ़ी मंगदे मैं लफ्ज़ कह रहा वां, कल्चरली एंड स्पिरिचुअली एप्रोप्रिएट वी डोंट हैव एनी काउंसलिंग इंस्टीट्यूशन विच इज रियली एक्चुअली अलार्मिंग नीड फॉर अस। जो तुसीं ट्राई भी करके देखो, देयर इज नो फंडिंग अवेलेबल। सैकेंड लैवल ते साडे कोल कोई रिहैबिलिटेशन सेंटर नहीं हैगा, कोई भी, जीरो। बच्चे को बैड चॉइसेस बनाउंदे ने नशियां दी, किसी इलीगल एक्टिविटीज दी किसी लैवल ते। एंड इफ वी वांट टू सपोर्ट दैम, इफ वी वांट टू एक्चुअली उन्होंने दोबारा असी कम्यूनिटी दे विच जिहड़ा हैगा असी उन्होंने दोबारा एंटर कराउणी चाहुंदे, असी उन्होंने हैल्प करनी चाहुंदे आ। वी डोंट हैव एनी आवर एक्चुअली जिहड़ा हैगा साडे कोल कोई आउटलेट नहीं है। अगले पड़ाव च आ जाइए, एजुकेशनल साइड्स तो साडे कोल कोई इहो जिहा अदारा नहीं हैगा जिहड़ा गुरमत संगीत नूं, गुरमत जिहड़ा हैगा आ गुरबाणी दे इस एकेडैमिक लैवल दी रंगत नूं इस तरीके नाल सानूं प्रमोट कर सके। टॉप ऑफ दैट साडे कोल कैनेडियन करकुलम दे मुकाबले दा पंजाबी पढ़ाने वाला करकुलम भी नहीं हैगा। इफ वी वांट टू डिवेलप दोज थिंग्स वी नीड मनी, बट ये तो सारी लोड़ सानू यापदी नहीं हैगी। पर नहीं हैगा, मनी नहीं हैगी, मनी साडे कोल हैगी। इत्थे मैं देखदा वां NGOs आउंदियां ने, नॉन गवर्नमेंट ऑर्गेनाइजेशंस वगैरह आले दुआले तो पूरी दुनिया तो लख लख 2-2 लाख 4-4 लाख डॉलर इकट्ठा करके लै जांदियां ने इस रूप दे विच, अंडर द नेम ऑफ गॉड, अंडर द नेम ऑफ महाराज कहिंदे फिर के अगे रखी है रब जी नूं, ते रब जी दे नां दे उत्ते तेरे पैसे नूं कोई ओदी ओनूं कोई लोड़ नहीं हैगी। ओदे अगे की रखेगा, ओदा दिता सारा कुछ तेनूं, ते फिर ये सारा कुछ क्यों किया, क्यों जा रहा है? जित दिस है दरबार, जिदे सदके मैनूं रब दा दरबार दिसदा है, मैं उहदे दरबार च कबूल पै जावां। गुरु साहब कहंदे इट्स टोटली इंपॉसिबल, इट्स नॉट गोना हैपन। अगला बचन सुनो इहदे नाल, मूहों के बोलन बोली है जित सुन तरे प्यार। मूहों के बोलन बोली है। एक बंदा घर दे विच अपनी मां नूं जी कह के नहीं बुलाउंदा, अपने पिता नूं प्रॉपर हुंगारा दे के नहीं बुलाउंदा। गुरुद्वारे आउंदा लम्मे लम्मे होके लैके रो रो के कह रहा गुरु साहब मेरे ते बख्शिश करी, रब जी मेरी गल सुन लै। भाई रब जी नूं तेरे बोलां दी, तेरे इस चीज दी कोई आवश्यकता नहीं हैगी। नो, ना तेरे कोल बोल ही नेड़े रब जी तक इस तरीके तेरी पहुंचा सकन। जेड़े बोल तक पहुंचने ने वो किसी के हिरदे चों होके निकलने ने। तेनों आले दुआले प्यार वंडना पएगा, स्नेह वंडना पएगा, ते वो भी स्नेह अनकंडीशनल लव, विदाउट एनी कंडीशन। पाखिया पाओ अपार ये होएगा तेरे कोल, फिर बात बनेगी। पर इस लैवल ते भी बंदा जिहड़ा हैगा वो किते डावाडोल हो गया। गुरु साहब ने डायरैक्टली बात की, मूहों के बोलन बोलीए जित सुन तरे प्यार, जिन्होंने सुन के रब जी तेरे नाल प्यार पा लवे। फिर एक तरीका दसिया, ये तो प्रॉब्लम सारे डिस्कस की ना, व्हाट इज द सोल्यूशन। You know, until now we were discussing only issues, and when people are saying, "Okay, bhai sab, we can actually vision what kind of issues we have, but what is the solution?" ये तो गुरु नानक साहब कहते solution है अमृत वेला सच नाओ वडियाई विचार। अमृत वेला वो समा जदों तो आत्मक तौर पर अपने आप को बूस्ट कर सकना है, अपने आप को बेटर कर सकता है। वैसे जिहड़ा गैर कुदरती जीवन ये बंदे नूं बड़ा तड़पाउंदा है, बड़ा तंग करता है। तुहाडा मन दुखी है आले दुआले जो कुछ वापरदा उहदे नाल, ते जे इस तन नाल कुछ ठीक नहीं वापर रहा तो मन सुखी होएगा? नो बे, किदां सुखी होएगा? दिन बनाया जागण लई, रात बनाई सौण लई। देखो कुदरत दा यही नियम है ना, हनेरा इस कर कीता गया। खाण पीण दा सारा संयम बनाया,
ਮਨੁੱਖ ਨੇ ਮਾਡਰਨ ਅੰਡਰ ਦਾ ਨੇਮ ਆਫ ਮਾਡਰਨ ਕਲਚਰ, ਅੰਡਰ ਦਾ ਨੇਮ ਆਫ ਡਿਵੈਲਪਮੈਂਟ, ਮਨੁੱਖ ਨੇ ਕੀ ਕਰ ਦਿੱਤਾ? ਅਜੇ ਵੀ ਤੁਸੀਂ ਯੂਰਪ ਜਾਓ, ਯੂਰਪ ਦੇ ਵਿੱਚ ਤੁਸੀਂ ਫਿਨਲੈਂਡ ਵਿੱਚ ਜਾਓ, ਕਿਸੇ ਇਹੋ ਜਿਹੀ ਕੰਟਰੀ ਵਿੱਚ ਜਾਓ, ਉੱਥੇ ਤੁਸੀਂ ਸ਼ਾਮ ਦੇ 5 ਵਜ ਜਾਣ ਐਂਡ ਇਫ ਯੂ ਵਾਂਟ ਟੂ ਐਕਚੁਅਲੀ ਬਾਏ ਈਵਨ ਮਿਲਕ ਫਾਰ ਯੂਰ ਨੀਡ, you might not get that milk from market because whole market is closed. They are saying it's done, come tomorrow morning. This is the time for ourselves, for our families, for our actually recreation activities, or you can say ਜਿਹੜਾ ਹੈਗਾ ਲੀਜ਼ਰ ਐਕਟੀਵਿਟੀਜ਼, ਕਿਉਂਕਿ ਜ਼ਿੰਦਗੀ ਇਸ ਵਾਸਤੇ ਹੈ ਨਾ, ਕੋਈ ਚੰਗਾ ਕੰਮ ਕਰਾਂਗੇ ਉਸ ਰੂਪ ਦੇ ਵਿੱਚ। ਬੰਦਾ ਸ਼ਾਮ ਨੂੰ ਸਮੇਂ ਨਾਲ ਜਿਹੜਾ ਹੈਗਾ ਗਿਆ, ਸ਼ਾਮ ਨੂੰ ਸਮੇਂ ਨਾਲ ਖਾਧਾ ਪੀਤਾ, ਰਾਤ ਨੂੰ ਟਾਈਮ ਨਾਲ ਸੌਂ ਗਿਆ, ਪ੍ਰਭਾਤ ਸਮੇਂ ਕਿਸੇ ਅਲਾਰਮ ਦੀ ਲੋੜ ਨਹੀਂ, ਅੱਖਾਂ ਖੁੱਲ ਜਾਣੀਆਂ, ਚਿੜੀ ਚੂਕੇਗੀ। ਜਿਵੇਂ ਸਾਹਿਬ ਨੇ ਕਿਹਾ ਚਿੜੀ ਚੂਕੀ, ਪੋਹ ਫੁੱਟੀ, ਵਗਣ ਬਹੁਤ ਤਰੰਗਾਂ ਵਗ ਰਹੀਆਂ ਨੇ, ਹੁਣ ਮੌਸਮ ਬੜਾ ਵਧੀਆ ਹੈ ਕਿ ਅੱਖਾਂ ਖੁੱਲੀਆਂ ਨੇ ਬੰਦੇ ਦੀਆਂ, ਫੁੱਲੀ ਰੈਸਟਡ ਹੈ ਬੰਦੇ ਦਾ ਸਰੀਰ। ਬੰਦਾ ਉੱਠਿਆ, ਇੱਕਦਮ ਹਿਰਦੇ ਚੋਂ ਬਾਤ ਨਿਕਲੀ, ਹਾਂ ਸ਼ੁਕਰ ਹੈ ਮੇਰੇ ਮਾਲਕ, ਆ ਜੀਵਨ ਦਿੱਤਾ ਹੈ ਤੂੰ, ਇੰਨੀ ਸੋਹਣੀ ਪ੍ਰਭਾਤ ਦਿੱਤੀ ਹੈ, ਮਨ ਠਾਇ ਰਾਹ ਵਿੱਚ ਹੈ, ਹੁਣ 2-4 ਪਲ ਆਪਣੇ ਆਪ ਨਾਲ ਬੈਠ ਕੇ ਗੱਲਾਂ ਕਰ, ਸਿਫਤਾਂ ਕਰ ਕਰਤਾਰ ਦੀਆਂ, ਸਿਫਤਾਂ ਕਰ ਉਹ ਸਭ ਕਾਸੇ ਦੀਆਂ ਜੋ ਤੈਨੂੰ ਸਾਰਾ ਮਿਲਿਆ ਹੈ। ਇਹ ਬੰਦਗੀ ਹੈ। ਜਦੋਂ ਇਸ ਕਿਸਮ ਦੇ ਨਾਲ ਸਪੋਜ਼ ਕਰੋ, ਦੇਖੋ ਇਫ ਸਮਨ ਇਜ਼ ਫੈਡ ਪ੍ਰੋਪਰਲੀ, ਬੱਚਾ ਹੁੰਦਾ ਨਾ, ਬੱਚਾ ਮਾੜੀ ਮਾੜੀ ਗੱਲ ਤੇ ਰੋਈ ਜਾਂਦਾ, ਕੁਛ ਕਰੀ ਜਾਂਦਾ, ਕੋਈ ਚੱਕਦਾ ਉਹਦੇ ਕੋਲ ਜਾਂਦਾ ਨਹੀਂਗਾ, ਇਰੀਟੇਟ ਹੋਈ ਜਾ ਰਿਹਾ, ਤੇ ਪਹਿਲੀ ਗੱਲ ਇਹ ਆਉਂਦੀ ਹੈਗੀ ਹੈ ਕਿ ਨਾ ਕੋਈ ਵੇਖਣ ਵਾਲਾ, ਆਬਜ਼ਰਵ ਕਰਨ ਵਾਲਾ ਕਹੇਗਾ, ਆਈ ਥਿੰਕ ਹੀ ਔਰ ਸ਼ੀ ਹੈਜ਼ਨਟ ਬੀਨ ਫੈਡ ਪ੍ਰੋਪਰਲੀ, ਇਹਨੂੰ ਨਾ ਫੀਡ ਨਹੀਂ ਕੀਤਾ ਗਿਆ ਪ੍ਰੋਪਰ। ਕੋਈ ਨਾ ਬੱਚਾ ਰੱਜਿਆ ਹੋਇਆ, ਉਹੀ ਬੱਚਾ ਬਿਲਕੁਲ ਉਹਦੀ ਟੰਮੀ ਫੁੱਲ ਹੋਏ, ਫਿਰ ਉਹ ਕਿਲਕਾਰੀਆਂ ਮਾਰ ਰਿਹਾ, ਫਿਰ ਉਹ ਖੇਡ ਰਿਹਾ ਪੂਰੀ ਤਰ੍ਹਾਂ। ਸਾਡਾ ਮਨ ਜਿਹੜਾ ਹੈ ਨਾ, ਇਹ ਬੱਚਾ ਹੈ, ਇਹਦੀ ਖੁਰਾਕ ਅਸੀਂ ਗਲਤ ਦੇਈ ਜਾ ਰਹੇ ਹਾਂ। ਮਤਲਬ ਖੁਰਾਕ ਕੀ ਹੈ? ਮਨ ਚ ਇੱਕੋ ਐਂਟਰਟੇਨਮੈਂਟ ਬਣਾ ਦਿੱਤੀ ਗਈ, ਉਹ ਕੀ ਆਪ ਚੀਜ਼ ਖਰੀਦ ਲਈਏ, ਆ ਲੈ ਲਈਏ, ਪੈਸਾ ਇਕੱਠਾ ਕਰ ਲਈਏ, ਇਹਨੂੰ ਤਮਾਸ਼ੇ ਵਿਖਾ ਲਈਏ, ਸਾਰਾ ਕੁਝ ਉਸ ਰੂਪ ਦੇ ਵਿੱਚ। ਨਹੀਂ, ਮਨ ਦੀ ਡੀਪ ਲੈਵਲ ਤੇ ਖੁਰਾਕ ਜਿਹੜਾ ਪੀਸ ਆਫ ਮਾਈਂਡ ਹੈ, ਸ਼ਾਂਤੀ, ਸਹਿਜ, ਟਕਾ, ਚੰਗੀ ਆਭਾ, ਚੰਗੀ ਨੌਲੇਜ, ਚੰਗਾ ਗਿਆਨ, ਚੰਗੇ ਖਿਆਲ, ਤੁਸੀਂ ਇਹਨਾਂ ਨਾਲ ਇਹਨੂੰ ਫੀਡ ਕਰੋ ਪ੍ਰੋਪਰਲੀ। ਜਦੋਂ ਮਨ ਪੂਰੀ ਤਰ੍ਹਾਂ ਫੈਡ ਹੋਏਗਾ, ਪ੍ਰੋਪਰਲੀ ਖਾ ਲਏਗਾ, ਰੱਜਿਆ ਹੋਏਗਾ, ਰੱਜਿਆ ਹੋਇਆ ਮਨ ਘਰੋਂ ਬਾਹਰ ਨਿਕਲੇਗਾ, ਵੰਡੇਗਾ। ਜਿਹੜਾ ਭੁੱਖਾ ਹੈ ਉਹਨੂੰ ਵੀ ਦੇਏਗਾ, ਜਿਹੜਾ ਉਹਨੂੰ ਮਾੜਾ ਬੋਲ ਰਿਹਾ ਉਹਨੂੰ ਵੀ ਚੰਗਾ ਬੋਲੇਗਾ, ਜਿਹੜਾ ਉਹਨੂੰ ਚੰਗਾ ਬੋਲ ਰਿਹਾ ਉਹਨੂੰ ਜੀ ਕਹਿ ਰਿਹਾ, ਉਹਨੂੰ 2 ਵਾਰੀ ਜੀ ਕਹੇਗਾ, ਮਾਫ ਥੈਂਕ ਯੂ ਜੀ, ਆ ਲਓ ਜੀ ਤੁਸੀਂ ਵਾਪਸ ਲਓ, ਤੁਹਾਡੇ ਬੋਲ ਤੁਹਾਨੂੰ ਮੈਂ ਡਬਲ ਕਰਕੇ ਦੇ ਰਿਹਾ। ਇਨ ਦੈਟ ਸੈਂਸ ਲਾਈਫ ਕੈਸੀ ਹੋਏਗੀ? ਕੌਣ ਚਾਹੇਗਾ ਮਰਨ ਤੋਂ ਬਾਅਦ ਹੈਵਨ ਦੀ ਉਡੀਕ ਕਰਾਂ, ਹੈਵਨ ਤੇ ਇੰਜੋਏ ਕਰ ਰਹੇ ਹਾਂ। ਗੁਰੂ ਸਾਹਿਬ ਨੇ ਬਾਤ ਕੀਤੀ, ਇਹਨੂੰ ਇੰਜੋਏ ਕਰਨਾ ਸਿੱਖ। ਫਿਰ ਮੈਂ ਬੇਨਤੀ ਕਰਾਂਗਾ, ਸਟਰਗਲਿੰਗ ਟਾਈਮ ਵਿੱਚੋਂ ਗੁਜ਼ਰ ਰਹੇ ਹਾਂ ਸਭ ਇਸ ਰੂਪ ਦੇ ਵਿੱਚ, ਫਿਰ ਇਹ ਹੈ ਟੋਟਲੀ ਵਰਕ ਇਨਵਾਇਰਮੈਂਟ ਬਦਲ ਗਿਆ ਹੈ। ਅੰਮ੍ਰਿਤ ਵੇਲਾ ਪ੍ਰਭਾਤ ਸਮਾਂ ਨਾ ਵੀ ਰਿਹਾ, ਕੋਈ ਗੱਲ ਨਹੀਂ, ਪਰ ਇੰਨਾ ਕੁ ਖਿਆਲ ਕਰੋ ਸਰੀਰ ਫੁੱਲੀ ਰੈਸਟਡ ਹੋਏ। ਫੁੱਲੀ ਰੈਸਟਡ ਹੋਣ ਤੋਂ ਬਾਅਦ ਜਦੋਂ ਉੱਠੇ, ਜਿਸ ਵਕਤ, ਉਸ ਵਕਤ ਜਿਹੜੀ ਦਿਨ ਦੀ ਸ਼ੁਰੂਆਤ ਆ, ਦਿਨ ਚੱਲ ਰਿਹਾ ਹੈ, ਉਹ ਕਿਸੇ ਰੱਬੀ ਆਭਾ ਦੇ ਨਾਲ ਕਰੋ। ਇਹ ਗੁਰੂ ਸਾਹਿਬ ਬਾਤ ਕਰਦੇ, ਅੰਮ੍ਰਿਤ ਵੇਲਾ ਸੱਚ ਨਾਉ, ਤੇ ਕਰਨਾ ਕੀਏ ਵਡਿਆਈ ਵਿਚਾਰ। ਚੜ੍ਹਦੀ ਸਵੇਰ ਅੱਖਾਂ ਖੁੱਲਦਿਆਂ ਨਾਲ ਪਹਿਲੀ ਗੱਲ ਤੇ ਗਰਕ ਹੋਣ ਵਾਲੀ ਆਉਂਦੀ, ਹਾਏ ਹਾਏ ਜਿਹੜੀ ਕੱਲ ਉਹਨੇ ਮੈਨੂੰ ਗੱਲ ਕਹੀ ਸੀ ਨਾ, ਇਹ ਠੀਕ ਨਹੀਂ ਕਹੀ, ਰੱਬ ਕਰੇ ਦਾ ਬੇੜਾ ਬਹਿ ਜਾਏ। ਵਡਿਆਈ ਕਾਹਦੀ ਇਹਦੇ ਚ? ਘਟਾ ਰਿਹਾ ਸਾਰੇ ਦਾ ਸਾਰਾ, ਆਪਣਾ ਵੀ ਤੇ ਕਿਸੇ ਦਾ ਵੀ। ਇਹ ਅਰਦਾਸ ਤੋਂ ਗੱਲ ਸ਼ੁਰੂ ਹੋ ਰਹੀ ਹੈ। ਵਿਚਾਰ, ਇਹ ਥਾਟ ਪ੍ਰੋਸੈਸ ਹੈ ਤੁਹਾਡਾ। ਹੁਣ ਇਸ ਤੋਂ ਬਾਅਦ ਬੰਦਾ ਸਪੋਜ਼ ਕਰੋ ਮੈਂ ਹੀ ਆ, ਮੈਂ ਮਤਲਬ ਕਿਸੇ ਚੀਜ਼ ਤੋਂ ਤੰਗ ਹੋਇਆ, ਸਵੇਰੇ ਉੱਠ ਕੇ ਖਿਰਿਆ ਫਿਰਦਾ, ਫਿਰ ਜਾ ਕੇ ਗੁਟਕਾ ਫੜ ਕੇ ਬਸ ਖੋਲਦਾ ਇਸ ਤਰੀਕੇ ਦੇ ਨਾਲ, ਤੇ ਫੜ ਕੇ ਪਹਿਲੀ ਸੱਟੇ ਜਪਜੀ ਸਾਹਿਬ ਪੜ੍ਹਨਾ ਸ਼ੁਰੂ ਕਰਦਾ, ਬਸ ਇੱਕ ਲਾਮਾ ਲਾ ਰਿਹਾ, ਪਰ ਅੰਦਰ ਕੁਝ ਹੋਰ ਚੱਲ ਰਿਹਾ, ਅੰਦਰ ਤੇ ਚੱਲੀ ਜਾ ਰਿਹਾ, ਕਰੁਜਿਆ ਬੁਰਾ ਹਾਲ ਇਸ ਰੂਪ ਦੇ। ਕੋਈ ਸਿਮਰਨ ਥੋੜਾ। Don't cheat yourself, please. It's not going to make sense for you. It's hypocrisy. And you are going to be biggest victim for it. You are punishing yourself. ਮਹਾਰਾਜ ਕਹਿੰਦੇ ਵਡਿਆਈ ਵਿਚਾਰ, ਫਿਰ ਡੀਪ ਲੈਵਲ ਤੇ ਸੋਚ, ਕਰਮੀ ਆਵੇ ਕੱਪੜਾ ਨਦਰੀ। ਕੋਈ ਅਲਾਹੀ ਕਰਮ ਸੀ ਤੇਰੇ ਉੱਤੇ, ਤੈਨੂੰ ਆ ਜੀਵਨ ਮਿਲ ਗਿਆ, ਕੱਪੜਾ ਜੀਵਨ ਹੈ। ਇਸ ਜੀਵਨ ਨੂੰ ਮੋਖ ਦੁਆਰ, ਸੈਲਵੇਸ਼ਨ, ਮੁਕਤੀ ਦਾ ਦੁਆਰ ਹੈ ਨਾ, ਜਿਹਨੂੰ ਅਸੀਂ ਗੇਟਵੇ ਆਫ ਸੈਲਵੇਸ਼ਨ ਕਹਿੰਦੇ ਆ।
एक्चुअली अनफॉर्चुनेट गल हैगी है, मैं तो सोचदा कि पीपल आर ऑलवेज टॉकिंग अबाउट मुक्ति, मोक्ष एंड सैल्वेशन. लेट्स टॉक अबाउट लिबरेशन. Are we liberate from actually our own bad habits? If we haven't enjoyed that liberty from our own habits, from our own actually ਜਿਹੜੀਆਂ ਸਾਡੇ ਮਾੜੇ ਖਿਆਲ ਵਿਚਾਰ ਚੱਲ ਰਹੇ ਹੈਗੇ ਨਾ, ਅਸੀਂ ਫਿਰ ਹੋਰ ਤੇ ਸੈਲਵੇਸ਼ਨ ਕਾਦੀ ਲੱਭਣੀ ਹੈ. That's just a cheating. ਮਹਾਰਾਜ ਜ਼ਿਕਰ ਕਰਦੇ ਜੇ ਤੂੰ ਸਹੀ ਰੂਪ ਦੇ ਵਿੱਚ ਇਸ ਪ੍ਰੋਸੈਸ ਚੋਂ ਲੰਘੇਗਾ ਫਿਰ ਪੱਕੀ ਗੱਲ ਹੈ ਨਦਰੀ ਮੋਖ ਦਵਾਰ, ਤੂੰ ਦੀ ਨਦਰ ਦੀ ਗ੍ਰੇਸ ਦਾ ਪਾਤਰ ਬਣੇਗਾ. ਨਾਨਕ ਇਵੇਂ ਜਾਣੀਏ ਸਭ ਆਪੇ ਸਚਿਆਰ. ਵੈਸੇ ਬੰਦਾ ਸਚਿਆਰ ਆਪਣੇ ਆਪ ਨੂੰ ਬਣਾਉਣ ਵਾਸਤੇ ਐਫਰਟ ਕਰ ਰਿਹਾ, ਪਰ ਜਦੋਂ ਇਸ ਤਰੀਕੇ ਨਾਲ ਆਹ ਚੀਜ਼ ਸਮਝ ਆ ਗਈ, ਇਫ ਵੀ ਕੈਨ ਸੀ ਹੋਲ ਐਕਚੁਅਲੀ ਵਰਲਡ ਇਨ ਦਿਸ point of view or in this perspective, Maharaj ਕਹਿੰਦੇ ਸਭ ਆਪੇ ਸਚਿਆਰ. You don't have to do anything extra. You are going to be ਸਚਿਆਰ itself for yourself. ਕੋਈ ਤੈਨੂੰ ਐਕਸਟਰਾ ਐਫਰਟ ਕਰਨ ਦੀ ਲੋੜ ਨਹੀਂ ਹੈਗੀ, ਤੂੰ ਆਪਣੇ ਆਪ ਸੱਚ ਦਾ ਰੂਪ ਹੁੰਦਾ ਲਗਾ ਜਾਏਗਾ. ਮਹਾਰਾਜ ਬਖਸ਼ਿਸ਼ ਕਰਨ ਇਹਨਾਂ ਅਲਾਹੀ ਅਗੰਮੀ ਵਾਕਿਆਂ ਚੋਂ ਚੰਗੇਰੀ ਪ੍ਰੇਰਣਾ ਮਿਲੇ. ਇੰਨੀਆਂ ਬੇਨਤੀਆਂ ਨਾਲ ਖਿਮਾ ਚਾਹਾਂਗਾ. ਭਾਈ ਸਾਹਿਬ ਸਮਾਪਨ ਕਰਾਉਣਗੇ, ਮੈਨੂੰ ਇਜਾਜ਼ਤ ਦੇਣੀ ਕਹਿ ਦੇਣਾ ਜੀ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.